ਜੈ ਭੀਮ ਜੈ ਭਾਰਤ। जिस तरह यूके यूरोप ਅਤੇ ਹੋਰ ਸਾਰੇ ਹੀ ਦੇਸ਼ਾਂ ਵਿੱਚ ਜਿੱਥੇ ਵੀ ਆਪ ਸਕਾਈ ਚੈਨਲ 772 ਦੇ ਜ਼ਰੀਏ ਜੋ ਕਿ ਕਾਂਚੀ ਟੀਵੀ ਦੇ ਜ਼ਰੀਏ ਲੋਟਸ ਟੀਵੀ ਵੇਖ ਰਹੇ ਹੋ। ਲੋਟਸ ਟੀਵੀ ਜੋ ਕਿ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਗ੍ਰੇਟ ਬ੍ਰਿਟੇਨ ਦਾ ਸਥਾਪਿਤ ਕੀਤਾ ਹੋਇਆ ਮੀਡੀਆ ਵਿੰਗ ਹੈ ਜੋ ਆਪ ਸਭ ਦਾ ਨਿੱਘਾ ਸਵਾਗਤ ਕਰਦਾ ਹੈ। ਹਮੇਸ਼ਾ ਦੀ ਤਰ੍ਹਾਂ ਕੋਟੀ ਕੋਟੀ ਪ੍ਰਣਾਮ ਤਥਾਗਤ ਬੁੱਧ ਅਤੇ ਉਹਨਾਂ ਦੇ ਸੱਤ ਧੰਮ ਨੂੰ। कोटि कोटि प्रणाम विश्व रतन बाबा साहब डॉक्टर भीमराव अंबेडकर जी नूं जिन्हां दे कारवे की गल करते हुए तथागत बुद्ध के धम्म की गल करते हुए आप सब नाल सांझा पाउंदे हां। जिस तरह पिछले हफ्ते प्रोग्राम के शुरू में ही बड़े भारे हिरदे नाल आप नाल सूचना सांझी की सी कि साडे बहुत ही आदरणीय साथी साडे सुरिंदर झल्ली जी का हाफ साडे भैन जी सत्या झल्ली जी पिछले हफ्ते पिछले ऐतवार 6 मार्च ਨੂੰ ਸਾਡੇ ਤੋਂ ਜੋ ਆਪਣਾ ਹੱਥ ਛਡਾ ਕੇ ਜੀਵਨ ਯਾਤਰਾ ਪੂਰੀ ਕਰਕੇ ਸਰੀਰਕ ਤੌਰ ਤੇ ਸਾਡਾ ਸਾਥ ਛੱਡ ਗਏ ਸਨ ਤੇ ਉਹਨਾਂ ਦੇ ਹੀ ਸੰਦਰਭ ਵਿੱਚ ਆਪ ਸਭ ਨੂੰ ਸੂਚਿਤ ਕਰਦੇ ਹਾਂ ਕਿ ਸਾਡੇ ਭੈਣ ਜੀ ਹੁਣਾਂ ਨੂੰ ਟ੍ਰਿਬਿਊਟ ਕਰਨ ਦੇ ਲਈ ਮਹਿੰਦੋ ਕੌਰ ਜੀ ਜਿਨ੍ਹਾਂ ਨੂੰ ਅਸੀਂ ਦੂਸਰੇ ਨਾਮ ਸੱਤਿਆ ਝੱਲੀ ਜੀ ਦੇ ਨਾਮ ਨਾਲ ਜਾਣਦੇ ਹਾਂ ਉਹਨਾਂ ਦਾ ਜੋ ਫਿਊਨਲ ਸਰਵਿਸ ਹੈ ਆਉਣ ਵਾਲੇ ਫਰਾਈਡੇ ਨੂੰ 18 ਮਾਰਚ ਨੂੰ ਜੋ ਦਿਨ ਹੈ ਉਸ ਦਿਨ ਉਹਨਾਂ ਦਾ ਫਿਊਨਲ ਹੈ ਜਿਸ ਦਾ ਜੋ ਵੀ ਵੇਰਵਾ ਹੈ ਪਰਿਵਾਰ ਵੱਲੋਂ ਆਪ ਸਭ ਨਾਲ ਸਾਂਝਾ ਕੀਤਾ ਜਾਂਦਾ ਹੈ। 18 ਮਾਰਚ ਫਰਾਈਡੇ ਵਾਲੇ ਦਿਨ ਜੋ ਸਵੇਰ ਨੂੰ 8:15 ਤੇ ਉਹਨਾਂ ਦਾ ਸਰੀਰ ਜੋ ਹੈ ਬੁੱਧ ਵਿਹਾਰ ਦੇ ਵਿੱਚ ਆਵੇਗਾ। ਬੁੱਧ ਵਿਹਾਰ ਅੱਪਰ ਯੂ ਸਟਰੀਟ ਵੂਵਰਹੈਂਪਟਨ ਦੇ ਵਿੱਚ 8:15 ਤੇ ਆਵੇਗਾ ਉਹਨਾਂ ਦਾ ਸਰੀਰ ਤੇ ਉਸ ਤੋਂ ਬਾਅਦ 9:45 ਤੇ ਜੋ ਫਿਊਨਲ ਸਰਵਿਸ ਐਟ ਬੁਸ਼ਬਰੀ ਕੈਰੇਟੋਰੀਅਮ ਚੈਪਲ ਐਸ਼ ਦੇ ਵਿੱਚ ਹੋਵੇਗਾ। ਉਸ ਤੋਂ ਬਾਅਦ 11 ਵਜੇ ਸਾਰੇ ਹੀ ਜਿੰਨੇ ਵੀ ਸਾਰੇ ਪਰਿਵਾਰ ਦੇ ਮੈਂਬਰ ਸਾਰੇ ਹੀ ਸਾਡੇ ਰਿਸ਼ਤੇਦਾਰ ਭੈਣ ਭਰਾ ਮਿੱਤਰ ਜਿੰਨੇ ਵੀ ਆਉਣਗੇ 11 ਵਜੇ ਫਿਊਨਲ ਸਰਵਿਸ ਤੋਂ ਬਾਅਦ ਮੁੜ ਕੇ ਬੁੱਧ ਵਿਹਾਰ ਦੇ ਵਿੱਚ ਆਉਣਗੇ। ਬੁੱਧਿਸਟ ਸੈਰਾਮਨੀ ਤੋਂ ਬਾਅਦ ਸਾਰਿਆਂ ਨੂੰ ਲੰਚ ਦਾ ਜੋ ਪ੍ਰਬੰਧ ਕੀਤਾ ਗਿਆ ਹੈ ਇਹ ਝੱਲੀ ਪਰਿਵਾਰ ਵੱਲੋਂ ਸਾਰਿਆਂ ਨੂੰ ਹੀ ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਸਾਡੇ ਭੈਣ ਜੀ ਮਹਿੰਦੋ ਕੌਰ ਜਿਨ੍ਹਾਂ ਨੂੰ ਅਸੀਂ ਸੱਤਿਆ ਝੱਲੀ ਜੀ ਦੇ ਨਾਮ ਜਾਣਦੇ ਹਾਂ ਉਹਨਾਂ ਦੀ ਆਖਰੀ ਯਾਤਰਾ ਜੋ ਹੈ ਉਹਨਾਂ ਦਾ ਫਿਊਨਲ ਹੈ ਜੋ ਫਰਾਈਡੇ ਨੂੰ 18 ਮਾਰਚ ਨੂੰ ਹੈ। ਆਪ ਸਭ ਨੇ ਆਪਣੇ ਜਿਸ ਤਰ੍ਹਾਂ ਦਾ ਵੀ ਸਮਾਂ ਹੈ ਜਿਸ ਤਰ੍ਹਾਂ ਦਾ ਵੀ ਆਪ ਨੇ ਉਸ ਦੇ ਵਿੱਚ ਜ਼ਰੂਰ ਸ਼ਰੀਕ ਹੋਣਾ ਹੈ ਤੇ ਆਪ ਸਭ ਨੂੰ ਪਰਿਵਾਰ ਵੱਲੋਂ ਬੇਨਤੀ ਹੈ। ਉਸ ਦੇ ਨਾਲ ਜਿਸ ਤਰ੍ਹਾਂ ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਜੋ ਹੈ ਤਥਾਗਤ ਬੁੱਧ ਦੇ ਧੰਮ ਤੇ ਬਾਬਾ ਸਾਹਿਬ ਦੇ ਕਾਰਵੇ ਦੀ ਗੱਲ ਤੇ ਬਾਬਾ ਸਾਹਿਬ ਦੇ ਸਮਾਜ ਦੀ ਗੱਲ ਆਪ ਨਾਲ ਕਰਦੇ ਹਾਂ ਤੇ ਅੱਜ ਕੋਟि ਕੋਟि ਪ੍ਰਣਾਮ ਤਥਾਗਤ ਬੁੱਧ ਤੇ ਉਹਨਾਂ ਦੇ ਧੰਮ ਨੂੰ ਤੇ ਜਿਸ ਤਰ੍ਹਾਂ ਪਿਛਲੇ ਹਫਤੇ ਵੀ ਧੰਮ ਚਰਚਾ ਹੀ ਕੀਤੀ ਗਈ ਸੀ ਤੇ ਅੱਜ ਵੀ ਅਸੀਂ ਧੰਮ ਚਰਚਾ ਹੀ ਕਰਾਂਗੇ ਤੇ ਉਸ ਦੇ ਲਈ ਮੇਰਾ ਸਾਥ ਦੇਣ ਦੇ ਲਈ ਅੱਜ ਸਟੂਡੀਓ ਵਿੱਚ ਮੇਰੇ ਨਾਲ ਸਾਡੇ ਆਦਰਣੀय ਸਾਥੀ ਦੇਵ ਸੁਮਨ ਜੀ ਹਨ। ਦੇਵ ਸੁਮਨ ਜੀ ਅੱਜ ਲੋਟਸ ਟੀਵੀ ਦੇ ਸਟੂਡੀਓ ਵਿੱਚ ਆਪ ਜੀ ਦਾ ਦੁਬਾਰਾ ਤੋਂ ਨਿੱਘਾ ਸਵਾਗਤ ਕਰਦੇ ਹਾਂ। ਥੈਂਕ ਯੂ ਰੇਖਾ ਜੀ। ਨਮੋ ਬੁੱਧਾ ਜੈ ਭੀਮ। ਮਹਾਕਾਰਨਿਕ ਤਥਾਗਤ ਭਗਵਾਨ ਬੁੱਧ ਜੀ ਦੇ ਚਰਨਾਂ ਦੇ ਵਿੱਚ ਕੋਟि ਕੋਟि ਬੰਦਨਾ ਕਰਦਾ ਹੋਇਆ ਪਰਮ ਪੂਜੀਏ ਬੋਧੀ ਸਤਵ ਵਿਸ਼ਵ ਰਤਨ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੂੰ ਕੋਟि ਕੋਟि ਨਮਨ। ਯੂਕੇ ਯੂਰਪ ਅਤੇ ਹੋਰ ਸਾਰੇ ਦੇਸ਼ਾਂ ਦੇ ਵਿੱਚ ਲੋਟਸ ਟੀਵੀ ਦੇਖ ਰਹੇ ਸਾਰੇ ਹੀ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਤੇ ਸਤਿਕਾਰ ਦੇ ਨਾਲ ਨਮੋ ਬੁੱਧਾਏ ਜੈ ਭੀਮ ਜੈ ਪ੍ਰਬੁੱਧ ਭਾਰਤ ਜੀ। ਤਾਂ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਮੈਂ ਉਹਨੂੰ ਦੱਸਦਾ ਜਾਵਾਂ ਕਿ ਸਾਡੇ ਸਤਿਕਾਰਯੋਗ ਧੰਮਾ ਸਿਸਟਰ ਕਮੇਟੀ ਦੇ ਬਹੁਤ ਹੀ ਡੈਡੀਕੇਟਡ ਮੈਂਬਰ ਸੱਤਿਆ ਝੱਲੀ ਜੀ ਜਿਨ੍ਹਾਂ ਨੂੰ ਤੁਸੀਂ ਦੱਸਿਆ ਕਿ ਮਹਿੰਦੋ ਕੌਰ ਦੇ ਨਾਲ ਉਹਨਾਂ ਦਾ ਨਾਂ ਜਾਣਿਆ ਜਾਂਦਾ ਹੈ ਤੇ ਮੇਨਲੀ ਉਹਨਾਂ ਨੂੰ ਸੱਤਿਆ ਝੱਲੀ ਦੇ ਨਾਂ ਨਾਲ ਜਾਣਿਆ ਜਾਂਦਾ। ਉਹਨਾਂ ਦਾ ਜੋ ਫਿਊਨਲ ਹੈ 18 ਮਾਰਚ ਫਰਾਈਡੇ ਇਹ ਬੁੱਧ ਵਿਹਾਰ ਦੇ ਵਿੱਚ 8:15 ਵਜੇ ਉਹਨਾਂ ਦਾ ਜਿਹੜਾ ਕੌਫਿਨ ਆਵੇਗਾ 1 ਘੰਟੇ ਵਾਸਤੇ। ਉਸ ਤੋਂ ਬਾਅਦ ਬੁਸ਼ਬਰੀ ਕ੍ਰੈਮਟੋਰੀਅਮ ਦੇ ਵਿੱਚ 9:45 ਵਜੇ ਜਿਹੜਾ ਉਹਨਾਂ ਦਾ ਉੱਥੇ ਆਪਣੇ 10 ਵਜੇ ਉਹਨਾਂ ਦੇ ਕ੍ਰੈਮਟੋਰੀਅਮ ਦੇ ਵਿੱਚ ਫਿਊਨਲ ਸਰਵਿਸ ਹੋਵੇਗੀ। ਉਸ ਤੋਂ ਬਾਅਦ ਜਿਸ ਤਰ੍ਹਾਂ ਤੁਸੀਂ ਦੱਸਿਆ ਹੈ ਕਿ ਬੁੱਧ ਵਿਹਾਰ ਦੇ ਵਿੱਚ ਵਾਪਸ ਤਕਰੀਬਨ 11 ਵਜੇ ਵਾਪਸ ਬੁੱਧ ਵਿਹਾਰ ਵਿੱਚ ਆਵਾਂਗੇ ਅਤੇ ਜਿਹੜਾ ਬੁੱਧ ਵਿਹਾਰ ਹੈ ਉਹ ਹੈ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਬੁੱਧਾ ਵਿਹਾਰਾ ਅੱਪਰ ਜੋਰ ਸਟਰੀਟ ਪੈਨਫੀਲਡ ਵੂਵਰਹੈਂਪਟਨ WV3OJH ਕੋਡ ਹੈ। ਤਾਂ
ਆਪਾਂ ਸਾਰਿਆਂ ਨੇ ਉਹਨਾਂ ਨੂੰ ਉਹਨਾਂ ਦੀ ਜਿਹੜੀ ਲਾਸਟ ਰਿਸਪੈਕਟ ਉਹਨਾਂ ਨੂੰ ਦੇ ਕੇ ਉਹਨਾਂ ਨੂੰ ਆਪਾਂ ਸ਼ਰਧਾਂਜਲੀਆਂ ਦੇਣੀਆਂ ਹਨ। ਤਾਂ ਇਸ ਕਰਕੇ ਆਪ ਸਭ ਨੂੰ ਬੇਨਤੀ ਹੈ ਕਿ ਉਸ ਟਾਈਮ ਸਿਰ ਪਹੁੰਚ ਕੇ ਤੇ ਆਪਾਂ ਉਹਨਾਂ ਨੂੰ ਜਿਹੜੀ ਰਿਸਪੈਕਟ ਪੇ ਕਰਨੀ ਹੈ। ਬਹੁਤ ਬਹੁਤ ਧੰਨਵਾਦ। ਜਿਸ ਤਰ੍ਹਾਂ ਸੁਮਨ ਸਾਹਿਬ ਬਹੁਤ ਅੱਛੀ ਤਰ੍ਹਾਂ ਤੁਸੀਂ ਉਹਨਾਂ ਦੇ ਬਾਰੇ ਜਾਣਕਾਰੀ ਵੀ ਦਿੱਤੀ ਹੈ। ਤਾਂ ਜਿਸ ਤਰ੍ਹਾਂ ਸੁਮਨ ਸਾਹਿਬ ਪਿਛਲੇ ਹਫਤੇ ਅਸੀਂ ਤਥਾਗਤ ਬੁੱਧ ਦੇ ਧੰਮ ਮੁਤਾਬਕ ਤਥਾਗਤ ਬੁੱਧ ਦੇ ਜਿਸ ਤਰ੍ਹਾਂ ਅਸੀਂ ਦੱਸਿਆ ਕਿ ਤਥਾਗਤ ਬੁੱਧ ਧੰਮ, ਧਰਮ ਤੇ ਸਤ ਧੰਮ, ਉਹਨਾਂ ਨੇ 3 ਵਰਗੀਕਰਨ 3 ਸਥਿਤੀਆਂ ਦੇ ਵਿੱਚ ਉਹਨਾਂ ਨੇ ਸਾਨੂੰ ਦੱਸਿਆ ਸੀ। ਜੀ ਜੀ। ਤੇ ਪਿਛਲੇ ਹਫਤੇ ਅਸੀਂ ਧੰਮ ਔਰ ਧਰਮ ਤੇ ਜੋ ਅਸੀਂ ਚਰਚਾ ਕੀਤੀ ਤੇ ਦਰਸ਼ਕਾਂ ਨਾਲ ਤੁਸੀਂ ਬਹੁਤ ਸੋਹਣੀ ਜਾਣਕਾਰੀ ਸਾਂਝੀ ਕੀਤੀ। ਤੇ ਅੱਜ ਅਸੀਂ ਉਸੇ ਲੜੀ ਨੂੰ ਗਾਹਾਂ ਜੋੜਦੇ ਹੋਏ ਜਿਸ ਤਰ੍ਹਾਂ ਅਸੀਂ ਗੱਲ ਕੀਤੀ ਸੀ ਕਿ ਤੀਸਰਾ ਜੋ ਹਿੱਸਾ ਹੈ ਸਤ ਧੰਮ, ਉਸ ਦੀ ਚਰਚਾ ਕਰਾਂਗੇ। ਤੇ ਸਾਡੇ ਨਾਲ ਹੋ ਸਕਦਾ ਨਵੇਂ ਦਰਸ਼ਕ ਵੀ ਜੁੜੇ ਹੋਣ ਤੇ ਬਹੁਤ ਹੀ ਥੋੜੇ ਲਫ਼ਜ਼ਾਂ ਦੇ ਵਿੱਚ ਜਿਸ ਤਰ੍ਹਾਂ ਧੰਮ ਤੇ ਧਰਮ ਨੂੰ ਤੁਸੀਂ ਐਕਸਪਲੇਨ ਕੀਤਾ ਸੀ, ਉਸ ਨੂੰ ਥੋੜਾ ਜਿਹਾ ਇੱਕ ਉਸ ਦੀ ਪਰਿਭਾਸ਼ਿਤ ਜ਼ਰੂਰ ਕਰਨਾ ਤੇ ਉਸ ਦੇ ਨਾਲ ਲਿੰਕ ਜੋੜਦੇ ਹੋਏ ਅੱਜ ਅਸੀਂ ਸਤ ਧੰਮ ਬਾਰੇ ਨੂੰ ਵਧਾਂਗੇ। ਬਹੁਤ ਅੱਛਾ ਹੈਗਾ। ਜਿਸ ਤਰ੍ਹਾਂ ਕਿ ਪਿਆਰੇ ਦਰਸ਼ਕਾਂ ਕਿ ਪਿਛਲੇ ਹਫਤੇ ਜਿਸ ਤਰ੍ਹਾਂ ਰੇਖਾ ਜੀ ਦੱਸਦੇ ਹਨ ਕਿ ਆਪਾਂ ਜੋ ਤਥਾਗਤ ਭਗਵਾਨ ਬੁੱਧ ਨੇ ਜੋ ਤਰਤੀਬਬੰਦੀ ਕੀਤੀ ਆ ਧੰਮ ਦੀ, ਉਹਨਾਂ ਨੇ ਕਿਹਾ ਕਿ ਧੰਮ, ਅਧੰਮ ਤੇ ਸਤ ਧੰਮ। ਬਿਲਕੁਲ। ਧੰਮ ਜਿਹੜਾ ਆ ਅਸਲ ਵਿੱਚ ਆਪਣੇ ਜੀਵਨ ਦੀ ਪਵਿੱਤਰਤਾ, ਨਿਮਰਤਾ ਹੀ ਧੰਮ ਹੈ। ਨੈਤਿਕਤਾ ਦਾ ਜੀਵਨ ਜਿਉਣਾ ਹੀ ਧੰਮ ਹੈ। ਤੇ ਜੋ ਧੰਮ ਦੀ ਗੱਲ ਕੀਤੀ ਸੀ ਉਹ ਹੈ ਕਿ ਆਮ ਦੂਸਰੇ ਅੰਧ ਵਿਸ਼ਵਾਸਾਂ 'ਚ ਵਿਸ਼ਵਾਸ ਰੱਖਣਾ ਜਾਂ ਫਿਰ ਆਪਣੀਆਂ ਧਾਰਮਿਕ ਕਿਤਾਬਾਂ ਨੂੰ ਗਲਤੀ ਤੋਂ ਪਰੇ ਮੰਨਣਾ ਜਾਂ ਹੋਰ ਕਈ ਤਰ੍ਹਾਂ ਦੇ ਅੰਧ ਵਿਸ਼ਵਾਸਾਂ ਦੇ ਵਿੱਚ ਯਕੀਨ ਰੱਖਣਾ, ਇਹ ਧੰਮ ਹੈ। ਬਿਲਕੁਲ। ਤਾਂ ਹੁਣ ਆਪਾਂ ਗੱਲ ਕਰਦੇ ਹਾਂ ਕਿ ਸਤ ਧੰਮ ਦੀ। ਬਿਲਕੁਲ। ਕਿ ਅਸਲ ਦੇ ਵਿੱਚ ਜਿਹਨੂੰ ਆਪਾਂ ਕਹਿ ਸਕਦੇ ਹਾਂ ਸਦੰਮ। ਵਾਟ ਇਜ਼ ਅ ਸਦੰਮ? ਸਤ ਧੰਮ ਕੀ ਹੈ? ਮਨ ਦੇ ਮੈਲਾਂ ਨੂੰ ਦੂਰ ਕਰਕੇ ਉਸ ਮਨ ਨੂੰ ਨਿਰਮਲ ਬਣਾਉਣਾ, ਸ਼ੁੱਧ ਬਣਾਉਣਾ, ਇਹ ਸਤ ਧੰਮ ਹੈ। ਅੰਗਰੇਜ਼ੀ ਦੇ ਵਿੱਚ ਟੂ ਕਲੀਨ ਦਾ ਮਾਈਂਡ ਆਫ ਇਟਸ ਇੰਪਿਓਰਿਟੀ ਇਜ਼ ਦ ਟਰੂ ਧੰਮਾ, ਸਾਧੰਮਾ। ਇੱਥੇ ਤਥਾਗਤ ਭਗਵਾਨ ਬੁੱਧ ਸਾਨੂੰ ਇੱਕ ਜਮਕ ਵਗ ਧੰਮ-ਪਦ ਦੀ ਪਹਿਲੀ ਵਗ ਜੋ ਹੈ ਉਹ ਗਾਥਾ ਦੇ ਵਿੱਚ ਸਮਝਾਉਂਦੇ ਹਨ। ਜਮਕ ਵਗ ਦੇ ਵਿੱਚ, ਜਮਕ ਦਾ ਮਤਲਬ ਹੁੰਦਾ ਦੋਹੇ। ਬਿਲਕੁਲ। ਕਿਤੇ ਉਹਦੇ ਵਿੱਚ ਮੈਂ ਦਰਸ਼ਕਾਂ ਦੇ ਨਾਲ ਸਾਂਝੀ ਕਰੂੰਗਾ ਇਹ ਗਾਥਾ ਪਾਲੀ ਦੇ ਵਿੱਚ। ਮੈਂ ਤੁਹਾਨੂੰ ਅੰਗਰੇਜ਼ੀ ਦੇ ਵਿੱਚ ਵੀ ਦੱਸਾਂਗਾ। ਮਨੋ ਪਵੰਗਮਾ ਧੰਮਾ ਮਨੋ ਸੇਠਾ ਮਨੋ ਮਈਆ ਮਨਸਾ ਚੂ ਪਦੁਠੇਨ ਭਾਸੀ ਤੀਵਾ ਕਰੋਤੀਵਾ ਤਤੋ ਨੰ ਦੁੱਖੰ ਮਨ ਵੇਤੀ ਚਕੰਗਬਾ ਵਹਿਤੋ ਪਦੰਗ। ਇਹਦਾ ਮਤਲਬ ਹੈ ਰੇਖਾ ਜੀ ਕਿ ਜੋ ਮਨ ਹੀ ਹੈ ਸਭ ਕੁਛ ਹੈ। ਬਿਲਕੁਲ। ਇਹੀ ਸਭ ਕਰਤਾ ਧਰਤਾ ਹੈ, ਇਹੀ ਪ੍ਰਧਾਨ ਹੈ। ਜਿੰਨੀਆਂ ਵੀ ਕਿਰਿਆਵਾਂ ਹੋ ਰਹੀਆਂ ਹਨ ਇਹ ਮਨ ਹੀ ਕਰਦਾ ਹੈ। ਅਗਰ ਤੁਸੀਂ ਕਿਸ ਬੁਰੇ ਮਨ ਦੇ ਨਾਲ ਕੁਛ ਕਰਦੇ ਹੋ ਜਾਂ ਕੁਛ ਕਹਿੰਦੇ ਹੋ ਤਾਂ ਦੁੱਖ ਤੁਹਾਡਾ ਇੱਦਾਂ ਪਿੱਛਾ ਕਰਦਾ ਹੈ ਕਿ ਜਿਵੇਂ ਕਿ ਇੱਕ ਬੈਲ ਗੱਡੀ ਦੇ ਪਿੱਛੇ, ਬੈਲਾਂ ਦੇ ਪਿੱਛੇ ਜਿਹੜਾ ਉਹਨਾਂ ਦਾ ਬੈਲਾਂ ਦੇ ਪਹੀਏ ਜਿਹੜੇ ਆ ਉਹ ਉਹਨਾਂ ਦਾ ਪਿੱਛਾ ਕਰਦੇ ਆ ਜਿਹੜੇ। ਤੇ ਅੰਗਰੇਜ਼ੀ ਦੇ ਵਿੱਚ ਮੈਂ ਆਪਣੇ ਦਰਸ਼ਕਾਂ ਨੂੰ, ਕਈ ਪੰਜਾਬੀ ਨਹੀਂ ਸਮਝਦੇ, ਮਾਈਂਡ ਇਜ਼ ਦਾ ਫੋਰ ਰਨਰ ਆਫ all evil states. Mind is its chief. All states are mind made. If one speaks or acts with a wicked mind, because of that, suffering follows one or suffering follow him, same as the wheel follows the hoof of the draft ox. ਕਿ ਇਸ ਤਰ੍ਹਾਂ ਜਿਸ ਤਰ੍ਹਾਂ ਕਿ ਬੈਲਾਂ ਦੇ ਪਿੱਛੇ ਗੱਡੇ ਦੇ ਪਹੀਏ ਪਿੱਛੇ ਕਰਦੇ ਨੇ, ਇਸ ਤਰ੍ਹਾਂ ਤੁਹਾਡਾ ਦੁੱਖ ਪਿੱਛਾ ਕਰਦਾ ਹੈ। ਤਾਂ ਇਹ ਨਿਰਮਲ ਮਨ ਦੀ ਹੁਣ ਗੱਲ ਕਰਦੇ ਹਾਂ। ਇਹ ਸੀਗਾ ਕਿ ਤੁਹਾਡਾ ਪਦੂਠੇਨ ਮੀਨ ਬੁਰਾ ਮਨ। ਤੇ ਆਪਾਂ ਇਹਨੂੰ ਉਹ ਬੁਰੇ ਮਨ ਨੂੰ, ਮੈਲਾਂ ਨੂੰ ਦੂਰ ਕਰਨਾ ਹੈ। ਤਥਾਗਤ ਫਿਰ ਸਾਨੂੰ ਇਸ ਜਿਹੜੀ ਗਾਥਾ ਦੇ ਨਾਲ, ਜਿਹੜੀ ਉਹਦੀ ਸੈਕੰਡ ਗਾਥਾ ਆ ਜਮਕ ਵਗ ਦੀ, ਉਹਦੇ ਵਿੱਚ ਸਮਝਾਉਂਦੇ ਹਨ। ਮਨੋ ਪਵੰਗਮਾ ਧੰਮਾ ਮਨੋ ਸੇਠਾ ਮਨੋ ਮਈਆ ਮਾਨਸਾ ਚੂ ਪਸਨੇਨ। ਪਸਨੇਨ ਦਾ ਮਤਲਬ ਹੁੰਦਾ ਸ਼ੁੱਧ। ਭਾਸੀ ਤੀਵਾ ਕਰੋਤੀਵਾ ਤਤੋ ਨੰਗ ਸੁਖ ਮਨ ਵੇਤੀ ਛਾਇਆਵ ਅੰਨ ਪਾਇਨੀ। ਇਹਦਾ ਮਤਲਬ ਹੈ ਰੇਖਾ ਜੀ ਕਿ ਮਨ ਹੀ ਸਭ ਕੁਛ ਹੈ।
ਜਿੰਨੀਆਂ ਵੀ ਕੁਝ ਕਿਰਿਆਵਾਂ ਕਰਦਾ ਹੈ ਇਹ ਮਨ ਤੋਂ ਹੀ ਉਤਪੰਨ ਹੁੰਦੀਆਂ ਹਨ। ਮਨ ਸੇਠ ਹੈ, ਮਨ ਹੀ ਪ੍ਰਧਾਨ ਹੈ। ਇਹ ਸਾਰੀ ਮਨੋਮਾਇਆ ਜਿਹੜੀ ਹੈ ਮਨ ਦੇ ਵਿੱਚੋਂ ਹੀ ਆਉਂਦੀ ਹੈ। ਤੇ ਮਨਸਾ ਚ ਉਪਸਨੇਨ, ਜਦੋਂ ਅਸੀਂ ਸ਼ੁੱਧ ਮਨ ਦੇ ਨਾਲ ਮੈਲਾਂ ਨੂੰ ਦੂਰ ਕਰਕੇ ਉਹਨੂੰ ਨਿਰਮਲ ਬਣਾ ਕੇ ਸ਼ੁੱਧ ਮਨ ਦੇ ਨਾਲ ਭਾਸੀਤੀ ਵਾ ਕੁਛ ਬੋਲਦੇ ਹਾਂ, ਕਰੋਤੀ ਵਾ ਕੁਛ ਕਰਦੇ ਹਾਂ, ਤਤੋ ਨੰਗ ਸੁਖ ਮਨ ਵੇਤੀ, ਤੇ ਸੁਖ ਤੁਹਾਡਾ ਇਸ ਤਰ੍ਹਾਂ ਪਿੱਛਾ ਕਰਦਾ ਹੈ ਜਿਸ ਤਰ੍ਹਾਂ ਕਿ ਤੁਹਾਡਾ ਕਦੇ ਵੀ ਸਾਥ ਨਾ ਛੱਡਣ ਵਾਲੀ ਛਾਇਆ ਜਿਹੜੀ ਤੁਹਾਡਾ ਪਰਛਾਵੇਂ ਵਾਂਗੂ, ਤੇ ਸੁਖ ਤੁਹਾਡਾ ਪਿੱਛਾ ਕਰਦਾ ਹੈ। ਇਹੀ ਸਤ ਧੰਮ ਹੈ। ਬਹੁਤ ਹੀ ਵਧੀਆ। ਤੇ ਉਦੋਂ ਅੱਗੇ ਜਾ ਕੇ ਜਿਹੜੀ ਫਿਰ ਸਾਨੂੰ ਸਮਝਾਉਂਦੇ ਆ, ਹੁਣ ਮੈਂ ਅੰਗਰੇਜ਼ੀ ਦੇ ਵਿੱਚ ਵੀ ਆਪਣੇ ਦਰਸ਼ਕਾਂ ਦੇ ਨਾਲ ਕਹੂੰਗਾ, ਮਾਈਂਡ ਇਜ਼ ਦ ਫੋਰ ਰਨਰ ਆਫ all good or bad states. Mind is chief. All states, good or bad, are mind made. If one speak or acts with a pure mind or good mind, because of that, happiness follow one, even as one shadow is that never leave one. ਜਿਹੜੀ ਤੁਹਾਡੀ ਛਾਇਆ ਆ ਉਹ ਜਿਹਦਾ ਤੁਹਾਡਾ ਕਦੇ ਵੀ ਪਿੱਛਾ ਨਹੀਂ ਛੱਡ ਸਕਦੀ। ਤੇ ਅਗਰ ਤੁਹਾਡੇ ਸ਼ੁੱਧ ਮਨ ਦੇ ਨਾਲ ਤੁਸੀਂ ਕੁਝ ਕਰਦੇ ਹੋ, ਬੋਲਦੇ ਹੋ, ਤਾਂ ਤੁਸੀਂ ਸੁੱਖ ਜਿਹੜਾ ਸੁੱਖ ਮਿਲਦਾ ਤੇ ਤੁਸੀਂ ਵੀ ਸੁਖੀ ਹੁੰਦੇ ਆ ਤੇ ਦੂਸਰੇ ਵੀ ਸੁਖ ਹੁੰਦੇ ਆ। ਇਹਨੂੰ ਹੀ ਸਤ ਧੰਮ ਕਹਿੰਦੇ ਆ। ਬਿਲਕੁਲ, ਦਿਸ ਇਜ਼ ਅ ਟਰੂ ਸਦਮ। ਬਹੁਤ ਹੀ ਅੱਛਾ, ਬਹੁਤ ਹੀ ਤੁਸੀਂ ਬਹੁਤ ਹੀ ਬੜੇ ਸਰਲ ਸੁਭਾਅ ਦੇ ਨਾਲ, ਜਿਸ ਤਰ੍ਹਾਂ ਤਥਾਗਤ ਬੁੱਧ ਹਰ ਗੱਲ ਨੂੰ ਇੱਕ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਗਾਥਾਵਾਂ ਦੇ ਵਿੱਚ ਉਹਨਾਂ ਨੇ ਕਿਸੇ ਵੀ ਗੱਲ ਦੀ ਵਿਆਖਿਆ ਕੀਤੀ, ਗਾਥਾਵਾਂ ਦੇ ਵਿੱਚ ਕੀਤੀ ਹੈ। ਔਰ ਬਹੁਤ ਹੀ ਹਰ ਵਿਅਕਤੀ ਨੂੰ ਹਰ ਵਿਅਕਤੀ ਅਗਰ ਉਸ ਨੂੰ ਸਮਝ ਲਵੇ ਤਾਂ ਜ਼ਿੰਦਗੀ ਜਿਹੜੀ ਜਿਸ ਤਰ੍ਹਾਂ ਸਵਰਗਾ ਨਰਕਾਂ ਦੀ ਗੱਲ ਕੀਤੀ ਜਾਂਦੀ, ਸੰਸਾਰ ਵਿੱਚ ਸਵਰਗ ਬਣ ਜਾਵੇ। ਇਸੇ ਤਰ੍ਹਾਂ ਤੁਸੀਂ ਆਹ ਗੱਲ ਕੀਤੀ ਸਵਰਗ ਨਰਕ ਦੀ, ਤਥਾਗਤ ਭਗਵਾਨ ਬੁੱਧ ਅੱਗੇ ਸਾਨੂੰ ਸਮਝਾਉਂਦੇ ਆ। ਬਿਲਕੁਲ, ਇਹ ਜਿਹੜਾ ਸ਼ੁੱਧ ਮਨ ਦੇ ਨਾਲ ਇਹ ਜਿਹੜਾ ਸਤ ਧੰਮ ਜਿਹੜਾ ਉਹਨੂੰ ਫੋਲੋ ਕਰਕੇ ਪ੍ਰੈਕਟਿਸ ਕਰਕੇ ਕਹਿੰਦੇ ਕਿ ਇਸ ਸੰਸਾਰ ਨੂੰ ਧੰਮ ਰਾਜ ਬਣਾਉਣਾ, ਬਿਲਕੁਲ ਇਹ ਸਤ ਧੰਮ ਆ। ਜਿੱਦਾਂ ਆਪਾਂ ਕਹਿੰਦੇ ਸਭ ਦਾਨੰ ਦਮ ਦਾਨੰ ਜੀਨਾਤੀ, ਆਹ ਜਿਹੜਾ ਅਸੀਂ ਆਪਾਂ ਕੰਮ ਕਰ ਰਹੇ ਹਾਂ ਇਹ ਤਥਾਗਤ ਬੁੱਧ ਦੇ ਧੰਮ ਦਾ ਜਿਹੜਾ ਆਪਾਂ ਲੋਕਾਂ ਦੇ ਵਿੱਚ ਪ੍ਰਚਾਰ ਕਰ ਰਹੇ ਹਾਂ ਤੇ ਇਹਦਾ ਦਾਨ ਕਰ ਰਹੇ ਹਾਂ। ਤੇ ਇਹਨੂੰ ਦਾਨ ਕਰਕੇ ਇਸ ਧੰਮ ਨੂੰ ਅਪਣਾ ਕੇ ਅਸੀਂ ਸੰਸਾਰ ਨੂੰ ਇੱਕ ਧੰਮ ਰਾਜ ਬਣਾਉਣਾ ਹੈ। ਤੇ ਇਹ ਸਤ ਧੰਮ ਹੈ। ਜਿਸ ਤਰ੍ਹਾਂ ਤਥਾਗਤ ਬੁੱਧ ਨਿਵਾਨ ਦੀ ਗੱਲ ਕਰਦੇ ਆ, ਬਿਲਕੁਲ ਸੁਖਾਵਤੀ ਦੀ ਕੰਮ ਕਰਦੇ ਆ। ਇਹ ਸਟੇਟ ਆਫ ਮਾਈਂਡ ਆ। ਇਹ ਜਦੋਂ ਤੁਸੀਂ ਸਤ ਧੰਮ ਨੂੰ ਫੋਲੋ ਕਰੋਗੇ ਤਾਂ ਤੁਹਾਨੂੰ ਇਹ ਸਟੇਟ ਆਫ ਮਾਈਂਡ ਜਿਹੜੀ ਆ ਸੁਖ ਪ੍ਰਾਪਤ ਕਰੋਗੇ। ਗੁਰੂ ਰਵਿਦਾਸ ਬੇਗਮਪੁਰੇ ਦੀ ਗੱਲ ਕਰਦੇ ਆ, ਬਿਲਕੁਲ ਕਬੀਰ ਜੀ ਪ੍ਰੇਮ ਨਗਰੀ ਦੀ ਗੱਲ ਕਰਦੇ ਆ, ਸੰਤ ਤੁੱਕਾ ਰਾਮ ਜੀ ਭੰਡਾਰਪੁਰ ਦੀ ਗੱਲ ਕਰਦੇ ਆ, ਜਿੱਥੇ ਛੋਟੇ ਵੱਡੇ ਸਾਰੇ ਇੱਕ ਮੇਲੇ ਦੀ ਤਰ੍ਹਾਂ ਇੱਕ ਦੂਸਰੇ ਦੇ ਨਾਲ ਪਿਆਰ ਮੁਹੱਬਤ ਕਰਨ। ਤੇ ਉਹਦੇ ਨਾਲ ਹੀ ਨਾਲ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਪ੍ਰਬੁੱਧ ਭਾਰਤ ਦੀ ਗੱਲ ਕਰਦੇ ਆ। ਇਹੀ ਧੰਮਰਾਜ ਹੈ, ਟੂ ਮੇਕ ਦਾ ਵਰਲਡ ਏ ਕਿੰਗਡਮ ਆਫ ਰਾਈਚੀਅਸਨੈਸ। ਤਥਾਗਤ ਭਗਵਾਨ ਬੁੱਧ ਇੱਥੇ ਸਾਨੂੰ ਉਪਦੇਸ਼ ਦਿੰਦੇ ਆ ਕਿ ਧੰਮ ਰਾਜ ਜਾਂ ਸਵਰਗ ਇਸ ਧਰਤੀ ਉੱਤੇ ਹੀ ਆ। ਉਸ ਨੂੰ ਧੰਮ ਦੇ ਮਾਰਗ ਉੱਤੇ ਚੱਲ ਕੇ ਅਸੀਂ ਉਸ ਸਵਰਗ ਨੂੰ ਹਾਸਲ ਕਰ ਸਕਦੇ ਹਾਂ। ਮੌਤ ਤੋਂ ਬਾਅਦ ਨਹੀਂ, ਇਸ ਜਿੰਦੇ ਜੀ ਕਰ ਸਕਦੇ ਹਾਂ ਜ਼ਿੰਦਗੀ ਦੇ ਵਿੱਚ ਹੀ। ਤੇ ਤਥਾਗਤ ਬੁੱਧ ਨੇ ਉਪਦੇਸ਼ ਦਿੱਤੇ ਕਿ ਲੋਕਾਂ ਨੂੰ ਕਿਹਾ ਕਿ ਜੇ ਤੁਸੀਂ ਦੁੱਖਾਂ ਦਾ ਅੰਤ ਕਰਨਾ ਚਾਹੁੰਦੇ ਹੋ ਤਾਂ ਹਰ ਇੱਕ ਮਨੁੱਖ ਨੂੰ ਇੱਕ ਦੂਸਰੇ ਨਾਲ ਪਿਆਰ ਕਰੋ, ਇੱਕ ਦੂਸਰੇ ਨਾਲ ਨਿਆਂ ਸੰਗਤ, ਧੰਮ ਸੰਗਤ, ਭਾਈਚਾਰਾ ਤੇ ਸਮਾਨਤਾ, ਮੈਤਰੀ ਅਤੇ ਕਰੁਣਾ ਭਰਿਆ ਵਰਤਾਓ ਕਰਨਾ ਚਾਹੀਦਾ ਹੋਵੇਗਾ, ਤਾਂ ਹੀ ਇਸ ਧਰਤੀ ਉੱਤੇ ਧੰਮ ਦਾ ਰਾਜ ਸਥਾਪਿਤ ਹੋਵੇਗਾ। ਠੀਕ ਹੈ, ਸਿੰਪਲ। ਤਥਾਗਤ ਬੁੱਧ ਦਾ ਧੰਮ ਸਿੰਪਲ ਵੀ ਹੈ ਤੇ ਅਗਰ ਉਹਨੂੰ ਕੰਪਲੀਕੇਟ ਤੁਸੀਂ ਬਣਾਉਣਾ ਹੈ ਉਹ ਹੋਰ ਗੱਲ ਹੈ। ਲੇਕਿਨ ਜਿਹੜਾ ਸੁਨੇਹਾ ਉਹ ਦੇ ਰਹੇ ਆ ਕਰੁਣਾ, ਮੈਤਰੀ, ਮੁੱਦਤਾ, ਉਪੇਖਾ, ਚਾਰ ਧੰਮਾਂ ਦੀ ਜਿਹੜੇ ਧੰਮ ਬ੍ਰਹਮ ਵਿਹਾਰਾਂ ਦੀ ਗੱਲ ਕਰਦੇ ਆ। ਅਗਰ ਅਸੀਂ ਇਹਨਾਂ ਨੂੰ ਫੋਲੋ ਕਰਾਂਗੇ ਤੇ ਧਰਤੀ ਆਪਣੇ ਆਪ ਹੀ ਧੰਮ ਰਾਜ ਬਣ ਜਾਵੇਗੀ। ਇਹੀ ਸਤ ਧੰਮ ਹੈ। ਉਸ ਤੋਂ ਅੱਗੇ ਮੈਂ ਤੁਹਾਡੇ ਨਾਲ ਇਹਨੂੰ ਇਸ ਲੜੀ ਨੂੰ ਤੋੜਦਾ ਹੋਇਆ ਅੱਗੇ ਕਹਿੰਦੇ ਹਨ ਧੰਮ ਤਾਂ ਹੀ ਸਤ ਧੰਮ ਹੋ ਸਕਦਾ ਹੈ ਜੇ ਉਹ ਪ੍ਰਜਨਾ ਦੀ ਗੱਲ ਕਰੇ, ਪ੍ਰਗਿਆ ਦੀ, ਗਿਆਨ ਵਿੱਚ ਵਾਧਾ ਕਰੇ, ਸਭਨਾਂ ਵਾਸਤੇ ਗਿਆਨ ਦੇ ਦਰਵਾਜ਼ੇ ਖੋਲ੍ਹੇ। ਇੱਥੇ ਮੈਂ ਦਰਸ਼ਕਾਂ ਦੇ ਨਾਲ ਗੱਲ ਕਰਦਾ ਜਾਵਾਂ
ਕਿ ਜਿਸ ਤਰ੍ਹਾਂ ਕਿ ਸੋ ਕੋਲਡ ਬ੍ਰਾਹਮਣੀਵਾਦੀ ਸਿਸਟਮ ਨੇ ਭਾਰਤ ਦੇ ਵਿੱਚ ਸਿਰਫ ਜਿਹੜੇ ਵਿੱਦਿਆ ਦੇ ਦਰਵਾਜ਼ੇ ਆ ਉਹ ਸਿਰਫ ਬ੍ਰਾਹਮਣਾਂ ਵਾਸਤੇ ਸੀ, ਬਿਲਕੁਲ ਤਾਂ ਤਥਾਗਤ ਬੁੱਧ ਕਹਿੰਦੇ ਆ ਕਿ ਇਹ ਦਰਵਾਜ਼ੇ, ਗਿਆਨ ਦੇ ਦਰਵਾਜ਼ੇ ਹਰ ਇੱਕ ਲਈ ਖੁੱਲ੍ਹਣੇ ਚਾਹੀਦੇ ਆ। ਇਹੀ ਸਤਿਧੰਮ ਹੈ। ਬਿਲਕੁਲ Dhamma to be Sadhamma must promote pragya, wisdom, when it make learning open to all. That is a Sadhamma. That is a true Dhamma. ਉਹਦੇ ਨਾਲ ਹੀ ਫਿਰ ਕਹਿੰਦੇ ਆ ਤਥਾਗਤ ਭਗਵਾਨ ਬੁੱਧ ਸਾਨੂੰ ਸਮਝਾਉਂਦੇ ਆ, ਧੰਮ ਤਾਂ ਹੀ ਸਤ ਧੰਮ ਹੈ ਜਦ ਉਹ ਇਹ ਵੀ ਸਿੱਖਿਆ ਦਿੰਦਾ ਹੈ ਕਿ ਸਿਰਫ ਵਿਦਵਾਨ ਹੋਣਾ ਕਾਫੀ ਨਹੀਂ। ਬਿਲਕੁਲ ਮੈਂ ਤਾਂ ਬੁੱਕਾਂ ਬਥੇਰੀਆਂ ਪੜ੍ਹ ਲਈਆਂ, ਵਿਦਵਾਨ ਹੋ ਗਿਆ। ਉਹਦੇ ਨਾਲ ਕੀ ਹੁੰਦਾ ਆ ਕਿ ਬੰਦਾ ਜਿਹੜਾ ਪੰਡਿਤ ਪੁਣੇ ਵੱਲ ਘਮੰਡੀ ਬਣ ਜਾਂਦਾ, ਮੈਨੂੰ ਤਾਂ ਬਹੁਤ ਕੁਝ ਪਤਾ ਆ। ਤੇ ਤਥਾਗਤ ਬੁੱਧ ਕਹਿੰਦੇ ਆ ਕਿ ਇਸ ਸਿਰਫ ਵਿਦਵਾਨ ਹੋਣਾ ਜ਼ਿਆਦਾ ਨਹੀਂ, ਉਹਦੇ ਨਾਲ ਤੁਹਾਡੇ ਵਿੱਚ ਪ੍ਰਜਨਾ, ਕਰੁਣਾ, ਮੈਤਰੀ ਆਉਣੀ ਵੀ ਜ਼ਰੂਰੀ ਜਿਸ ਹੈ। ਤਰ੍ਹਾਂ ਪਿਛਲੇ ਹਫਤੇ ਤੁਸੀਂ ਪਟੀਸ਼ਨ ਦੀ ਬਹੁਤ Petition ਵਧੀਆ ਦੀ ਉਦਾਹਰਨ ਗੱਲ। ਦਿੱਤੀ ਸੀਗੀ ਕਿ ਕਿਸ ਤਰ੍ਹਾਂ ਉਹਨਾਂ ਨੂੰ ਉਹ ਸਿਰਫ- ਤਥਾਗਤ ਬੁੱਧ ਦੇ ਧੰਮ ਵਿੱਚ ਬਾਕੀ ਜਿਹੜੇ ਭਿਕਸ਼ੂ ਸਨ ਕਿਸ ਤਰ੍ਹਾਂ ਉਹਨਾਂ ਨੂੰ ਕਹਿੰਦੇ ਸਨ। ਅੱਜ ਉਹ ਦੇਖੋ ਤੁਸੀਂ ਗੱਲ ਇੱਥੇ ਬਿਲਕੁਲ ਇੱਥੇ ਉਹੀ ਆ ਟੁੱਕਦੀ ਗਈ। ਹੈ। ਬਿਲਕੁਲ ਟੁੱਕਦੀ ਜਿੱਦਾਂ ਹੁਣ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੀ ਗੱਲ ਕਰੀਏ, ਬਹੁਤ ਪੜ੍ਹੇ, ਬਿਲਕੁਲ ਮਤਲਬ ਦੁਨੀਆ ਦੇ 6ਵੇਂ ਤੇ ਭਾਰਤ ਦੇ ਪਹਿਲੇ ਇੰਨੇ ਪੜ੍ਹੇ ਹੋਏ ਵਿਅਕਤੀ ਸੀ। ਮਹਾਮਾਨਵ ਸੀਗੇ। ਤਾਂ ਅਗਰ ਇਕੱਲਾ ਉਹ ਪੜ੍ਹ ਕੇ ਸਾਧੂ ਨਹੀਂ, ਉਹਨਾਂ ਦੇ ਵਿੱਚ ਪ੍ਰਜਨਾ ਆਈ। ਬਿਲਕੁਲ ਉਹਨਾਂ ਨੇ ਤਥਾਗਤ ਬੁੱਧ ਦੇ ਧੰਮ ਨੂੰ ਅਪਣਾ ਕੇ ਉਹ ਪ੍ਰਜਨਾ ਦੇ ਨਾਲ ਆਪਣੇ ਭਾਰਤ ਦੇ ਹਜ਼ਾਰਾਂ ਸਾਲਾਂ ਤੋਂ ਦੁਖੀ ਜਿਹੜੇ ਸੀਗੇ, ਲਿਤਾੜੇ ਹੋਏ ਲੋਕਾਂ ਨੂੰ, ਉਹਨਾਂ ਨੂੰ ਆਜ਼ਾਦ ਕਰਾਇਆ। ਬਿਲਕੁਲ ਅੱਜ ਅਸੀਂ ਤਥਾਗਤ ਭਗਵਾਨ ਬੁੱਧ ਦਾ ਧੰਮ ਸਾਡੇ ਕੋਲ ਆਇਆ। ਇਹ ਕਿਉਂ ਆਇਆ? ਅਗਰ ਉਹ ਸਿਰਫ ਵਿਦਵਾਨ ਹੀ ਹੁੰਦੇ ਤੇ ਇਹ ਧੰਮ ਸਾਡੇ ਕੋਲ ਨਹੀਂ ਆਉਣਾ ਸੀ। ਉਹਨਾਂ ਨੇ ਮੈਤਰੀ, ਕਰੁਣਾ ਦੇ ਨਾਲ ਸਾਰਿਆਂ ਦੇ ਵਾਸਤੇ, ਬਹੁਜਨ ਹਿਤਾਏ ਵਾਸਤੇ ਉਹਨੇ ਕੰਮ ਕੀਤੇ। ਅੱਜ ਅਸੀਂ ਧੰਮ ਦੀ ਗੱਲ ਕਰ ਰਹੇ ਹਾਂ। ਬਿਲਕੁਲ। ਕੋਟੀ ਕੋਟੀ ਪ੍ਰਣਾਮ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੂੰ। ਤੇ ਉਹਦੇ ਨਾਲ ਫਿਰ ਉਹ ਕਹਿੰਦੇ ਆ, ਧੰਮ ਤਾਂ ਹੀ ਸਤ ਧੰਮ ਹੈ ਐਕਸਕਿਊਜ਼ ਮੀ, ਜਦ ਉਹ ਸਿਖਾਉਂਦਾ ਹੈ ਕਿ ਜਿਸ ਚੀਜ਼ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਉਹ ਪ੍ਰਜਨਾ, ਬਿਲਕੁਲ ਪ੍ਰਗਿਆ, ਵਿਜ਼ਡਮ। ਇੱਥੇ ਮੈਂ ਗੱਲ ਕਰਦਾ ਕਿ ਐਜੂਕੇਟਡ ਤਾਂ ਹਰ ਕੋਈ ਹੈ, ਐਕੈਡੈਮਿਕਲੀ ਮੈਂ ਬੜੀਆਂ ਡਿਗਰੀਆਂ ਲੈ ਲੈਂਦਾ, ਬਿਲਕੁਲ। ਲੇਕਿਨ ਜਿੰਨਾ ਚਿਰ ਮੇਰੇ ਵਿੱਚ ਉਹ ਪ੍ਰਜਨਾ ਨਹੀਂ ਆਉਂਦੀ, ਉਹਨਾਂ ਚਿਰ ਮੇਰੀਆਂ ਡਿਗਰੀਆਂ ਦਾ ਕੋਈ ਕੰਮ ਨਹੀਂ। ਕੀ ਕਹਿੰਦੇ ਹੁੰਦੇ ਆ ਕਿ ਅਗਰ ਜਿਹੜਾ ਪੜ੍ਹਿਆ ਲਿਖਿਆ, ਜਿਹੜਾ ਐਜੂਕੇਟਡ ਪਰਸਨ ਆ, ਅਗਰ ਉਹਦੇ ਵਿੱਚ ਪ੍ਰਜਨਾ ਨਹੀਂ, ਉਹਦੇ 'ਚ ਮੈਤਰੀ ਨਹੀਂ, ਉਹ ਕਰੁਣਾ ਨਹੀਂ, ਤਾਂ ਉਹ ਬਹੁਤ ਖਤਰਨਾਕ ਹੋ ਸਕਦਾ ਹੈ। ਬਿਲਕੁਲ ਤਾਂ ਜਿਸ ਤਰ੍ਹਾਂ ਕਹਿੰਦੇ ਆ ਕਿ ਐਜੂਕੇਸ਼ਨ ਦੀ ਗੱਲ ਕਰਦੇ ਆ, ਐਜੂਕੇਸ਼ਨ ਨਾਈਫ ਆ। ਉਹ ਨਾਈਫ ਇੱਕ ਜਿਹੜੀ ਆ, ਇੱਕ ਨਾਈਫ ਆ, ਉਹਦੇ ਨਾਲ ਕੋਈ ਕਿਸੇ ਦਾ ਖੂਨ ਕਰ ਸਕਦਾ ਹੈ ਕਿਉਂਕਿ ਉਹਦੇ ਵਿੱਚ ਪ੍ਰਜਨਾ ਨਹੀਂ। ਉਹੀ ਨਾਈਫ ਉਸ ਪੜ੍ਹੇ ਲਿਖੇ ਦੇ ਹੱਥ ਆ ਜਾਵੇ ਜਿਹਦੇ ਕੋਲ ਪ੍ਰਜਨਾ ਆ, ਮੈਤਰੀ, ਕਰੁਣਾ ਆ, ਉਹ ਕਿਸੇ ਦਾ ਆਪਰੇਸ਼ਨ ਕਰਕੇ, ਸਰਜਰੀ ਕਰਕੇ ਉਹਦੀ ਜਾਨ ਬਚਾ ਸਕਦਾ ਹੈ। ਬਿਲਕੁਲ ਇਹਨੂੰ ਪ੍ਰਜਨਾ ਕਹਿੰਦੇ ਆ, ਇਹਨੂੰ ਪ੍ਰਗਿਆ ਕਹਿੰਦੇ ਆ। ਤੇ ਉਹਦੇ ਨਾਲ ਹੀ ਫਿਰ ਸਾਨੂੰ ਸਮਝਾਉਂਦੇ ਆ, ਧੰਮ ਤਾਂ ਹੀ ਸਤ ਧੰਮ ਕਹਾ ਸਕਦਾ ਹੈ ਜੇ ਉਹ ਪ੍ਰਗਿਆ ਦੇ ਨਾਲ ਮੈਤਰੀ ਦੇ ਵਿੱਚ ਵਾਧਾ ਕਰੇ, ਸ਼ੀਲਾਂ ਦੀ ਸਿੱਖਿਆ ਦੇਵੇ। ਜਿਸ ਤਰ੍ਹਾਂ ਕਿ ਆਪਾਂ ਤਥਾਗਤ ਭਗਵਾਨ ਬੁੱਧ, ਜਦੋਂ ਆਪਾਂ ਬੁੱਧ ਵਿਹਾਰਾਂ ਦੇ ਵਿੱਚ ਆਉਂਦੇ ਆ, ਉਹਨਾਂ ਨੇ ਜਿਹੜੇ ਸਾਨੂੰ 5 ਸ਼ੀਲ ਦਿੱਤੇ ਆ, ਉਹਨਾਂ ਦੀ ਆਪਾਂ ਪਾਲਣਾ ਕਰੀਏ। ਤੇ ਧੰਮ ਤਾਂ ਹੀ ਸਤ ਧੰਮ ਕਹਾ ਸਕਦਾ ਹੈ ਜਦੋਂ ਸਿੱਖਿਆ ਦੇਵੇ ਪ੍ਰਗਿਆ, ਵਿਜ਼ਡਮ ਦੇ ਨਾਲ ਨਾਲ, ਸ਼ੀਲਾਂ ਦੇ ਨਾਲ ਨਾਲ ਕਰੁਣਾ ਦੀ। ਕਰੁਣਾ ਦਾ ਮਤਲਬ ਕੰਪੈਸ਼ਨ ਟੁਵਰਡਸ 올 ਲਿਵਿੰਗ ਬੀਇੰਗ। ਜੇ ਕੋਈ ਦੁਖੀ ਹੈ, ਦੁਖੀ ਦਾ ਸਹਾਰਾ ਬਣਨਾ। ਅਗਰ ਕੋਈ ਡਿੱਗਿਆ ਹੈ, ਉਹਨੂੰ ਉਠਾਉਣਾ। ਜਿੱਦਾਂ ਅੱਜ ਬਾਬਾ ਸਾਹਿਬ ਨੇ ਸਦੀਆਂ ਤੋਂ ਡਿੱਗੇ ਹੋਏ ਲੋਕਾਂ ਨੂੰ, ਉਹਨਾਂ ਨੂੰ ਉਠਾਇਆ। ਅੱਜ ਉਹ ਇੱਕ ਮਨੁੱਖ ਦੇ, ਜਿਹੜੀ ਅਸਲੀ ਮਨੁੱਖ ਦੀ ਜ਼ਿੰਦਗੀ ਜੀ ਰਹੇ ਆ, ਇਹਨੂੰ ਕਰਨਾ ਕਹਿੰਦੇ ਆ। ਅਗਰ ਬਾਬਾ ਸਾਹਿਬ 'ਚ ਉਹ ਕਰਨਾ ਨਾ ਹੁੰਦੀ, ਤਥਾਗਤ ਭਗਵਾਨ ਬੁੱਧ ਨੂੰ ਮਹਾਂਕਾਰ ਨੂੰ ਕਿਉਂ ਕਿਹਾ ਜਾਂਦਾ ਹੈ? ਦੁਨੀਆ ਦੇ ਗ੍ਰੇਟੈਸਟ ਕੰਪੈਸ਼ਨੇਟ ਦ ਲੋਰਡ ਬੁੱਧਾ। ਅਗਰ ਉਹਨਾਂ ਕੋਲ ਕਰਨਾ ਨਹੀਂ ਹੁੰਦੀ ਤਾਂ ਕਿੰਨੇ ਲੱਖਾਂ ਲੋਕ ਜਿਹੜੇ ਆ, ਆਹ ਜਿਹੜਾ ਧੰਮ ਸਾਨੂੰ ਦੇ ਕੇ ਗਏ ਆ, ਇਹ ਪਾ ਕੇ ਸੁੱਖ ਨੂੰ ਪ੍ਰਾਪਤ ਨਾ ਕਰ ਸਕਦੇ। ਅੱਜ ਅਸੀਂ ਉਸ ਧੰਮ ਨੂੰ ਲੈ ਕੇ ਸੁੱਖ ਮਹਿਸੂਸ ਕਰਦੇ ਹਾਂ। ਤਾਂ ਹੀ ਉਹ ਸਤ ਧੰਮ ਹੋ ਸਕਦਾ ਜੇ ਉਹਦੇ ਵਿੱਚ ਕਰੁਣਾ ਹੋਵੇ। ਕੋਈ ਵੀ ਧੰਮ ਜਾਂ ਸਤ ਧੰਮ ਤਾਂ ਹੀ ਹੋ ਸਕਦਾ ਹੈ ਜਦ ਉਹ ਇਹ ਸਿੱਖਿਆ ਵੀ ਦੇਵੇ, ਕਰੁਣਾ ਤੋਂ ਜ਼ਿਆਦਾ ਮੈਤਰੀ ਦੀ ਜ਼ਰੂਰਤ ਹੈ। ਜਦੋਂ ਅਸੀਂ ਆਪਣੇ ਬੁੱਧ ਵਿਹਾਰ ਆਉਂਦੇ ਹਾਂ, ਆਪਾਂ ਮੈਤਰੀ ਭਾਵਨਾ ਕਰਦੇ ਹਾਂ, ਲਵਿੰਗ ਕਾਈਂਡਨੈਸ
ਟੂਵਰਡਸ ਦਾ all living being living on this planet। Planet। ਉਹਨਾਂ ਵਾਸਤੇ ਕਿ ਆਪਾਂ ਕਰਦੇ ਹਾਂ ਕਿ ਜਿੰਨੇ ਵੀ ਪ੍ਰਾਣੀ ਹੈ ਉਹ ਸੁਖੀ ਰਹਿਣ, ਨਿਰੋਗੀ ਰਹਿਣ, ਸਾਡੇ ਵਿੱਚ ਈਰਖਾ ਨਾ ਆਵੇ, ਕਿਸੇ ਦੇ ਨੂੰ ਕੋਈ ਦੁੱਖ ਨਾ ਹੋਵੇ। ਅਸੀਂ ਉਹਨਾਂ ਵਾਸਤੇ ਮੈਤਰੀ ਕਰਦੇ ਹਾਂ। ਮੈਤਰੀ ਦਾ ਤਥਾਗਤ ਭਗਵਾਨ ਇੱਥੇ ਸਮਝਾਉਂਦੇ ਆ ਕਿ ਮੈਤਰੀ ਜਿਹੜੀ ਆ ਤੁਹਾਡੇ ਲੱਖਾਂ ਦੇ ਪੁੰਨਦਾਨ, ਲੱਖਾਂ ਦੀਆਂ ਮੋਨਸਟਰੀਆਂ ਵੀ ਬਣਾ ਦਿਓ ਤੁਸੀਂ, ਲੇਕਿਨ ਅਗਰ ਤੁਹਾਡੇ ਵਿੱਚ ਮੈਤਰੀ ਨਹੀਂ, ਉਹ ਮੈਤਰੀ ਦੇ 16ਵੇਂ ਹਿੱਸੇ ਜਿੰਨਾ ਵੀ ਉਹ ਪੁੰਨਦਾਨ ਨਹੀਂ ਹੈ। ਇਸ ਕਰਕੇ ਮੈਤਰੀ ਜਿਹੜੀ ਆ, ਮੈਤਰੀ ਮਨ ਦੀ ਆਜ਼ਾਦੀ ਆ ਤੇ ਸਭਨਾਂ ਨੂੰ ਆਪਣੇ ਬਸ ਵਿੱਚ ਕਰ ਲੈਂਦੀ ਹੈ। ਇੱਕ ਨੂਰਾਨੀ ਹੈ, ਇੱਕ ਨੂਰ ਹੈ ਜਿਹਦੀ ਰੋਸ਼ਨੀ ਦੇ ਨਾਲ ਅੰਧੇਰੇ ਦੂਰ ਹੋ ਜਾਂਦੇ ਆ ਤੇ ਸਦਾ ਪ੍ਰਵਰਜਿਲਤ ਹੈ, ਸਦਾ ਜਲਦੀ ਹੈ। ਤਮਾਵਕ ਫਿਰ ਨਾਲ ਅੱਗੇ ਕਹਿੰਦੇ ਆ ਧੰਮ ਤਾਂ ਹੀ ਸਤ ਧੰਮ ਹੋ ਸਕਦਾ ਹੈ ਜਿਹੜਾ ਕਿ ਸਮਾਜਿਕ ਨਾਮ ਬਰਾਬਰੀਆਂ ਨੂੰ ਮਿਟਾ ਦੇਵੇ। ਜੋ ਆਦਮੀ ਦੇ ਵਿਚਕਾਰ ਖੜੀਆਂ ਜਿਹੜੀਆਂ ਤਮਾਮ ਦੀਵਾਰਾਂ, ਕੰਧਾਂ, ਉਹਨਾਂ ਨੂੰ ਟਹਿ ਟੇਰੀ ਕਰ ਦੇਵੇ, ਉਹ ਸਤ ਧੰਮ ਹੈ। ਲੇਕਿਨ ਤਥਾਗਤ ਭਗਵਾਨ ਬੁੱਧ ਤੋਂ ਪਹਿਲਾਂ ਕਿੱਦਾਂ ਲੋਕਾਂ ਨੂੰ ਮਤਲਬ ਵੰਡਿਆ ਸੀ, ਵਰਨ ਅਵਸਥਾ ਜਿਹੜੀ ਸੀ, ਤੇ ਉਹਦੇ ਵਿੱਚ ਇੱਕ ਮਨੁੱਖ ਦੂਸਰੇ ਨੂੰ ਨਫ਼ਰਤ ਕਰਦਾ। ਤਥਾਗਤ ਭਗਵਾਨ ਬੁੱਧ ਨੇ ਸਾਨੂੰ ਸਤ ਧੰਮ ਦਿੱਤਾ ਕਿ ਸਾਰੇ ਪ੍ਰਾਣੀ ਬਰਾਬਰ ਹਨ, ਸਾਰਿਆਂ ਨਾਲ ਪਿਆਰ ਕਰੋ। ਅਤੇ ਧੰਮ ਉਹੀ ਆ ਕਿ ਜਿਹੜਾ ਇਹ ਜਿਹੜੀਆਂ ਨਾ ਬਰਾਬਰੀਆਂ, ਜਿੱਦਾਂ ਕਹਿੰਦੇ ਬ੍ਰਾਹਮਣ, ਕਸ਼ਤਰੀ, ਵੈਸ਼, ਸ਼ੂਦਰ, ਇਹ ਜਿਹੜੀਆਂ ਕੰਧਾਂ ਨੂੰ ਢਾਹ ਦੇਵੇ, ਉਹਨੂੰ ਅਸੀਂ ਸਤ ਧੰਮ ਕਹਿ ਸਕਦੇ ਹਾਂ। ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਵੀ ਇਹੀ ਕਿਹਾ, ਇਕੁਐਲਿਟੀ, ਲਿਬਰਟੀ, ਫਰਟਰਨਿਟੀ, ਜਸਟਿਸ ਫॉर ਆਲ। ਉਹ ਜਿਹੜਾ ਵੀ ਧੰਮ ਉਸ ਦੀ ਗੱਲ ਕਰਦਾ ਹੈ ਉਹ ਸਤ ਧੰਮ ਹੈ। ਤਾਂ ਨਾਲ ਫਿਰ ਕਹਿੰਦੇ ਆ ਧੰਮ ਤਾਂ ਹੀ ਸਤ ਧੰਮ ਹੈ ਜਦ ਉਹ ਇਹ ਸਿੱਖਿਆ ਦਿੰਦਾ ਹੈ ਕਿਸੇ ਮਨੁੱਖ ਦੇ ਜਨਮ ਤੋਂ ਨਹੀਂ, ਬਲਕਿ ਉਸਦੇ ਕੰਮਾਂ ਤੋਂ ਉਸ ਦਾ ਮੂਲਾਂਕਣ ਹੋਣਾ ਚਾਹੀਦਾ ਹੈ। ਕਿ ਜਿਹੜੇ ਜਿੱਦਾਂ ਹੁਣ ਇਹ ਜਿਹੜੀ ਵਰਨ ਅਵਸਥਾ ਆ, ਉਹ ਕਹਿੰਦੇ ਤੁਸੀਂ ਜਨਮ ਤੋਂ ਸ਼ੂਦਰ ਹੈ, ਜਨਮ ਤੋਂ ਬ੍ਰਾਹਮਣ ਹੈ। ਤਥਾਗਤ ਬੁੱਧ ਨੇ ਇੱਕ ਬ੍ਰਾਹਮਣ ਦੇ ਨਾਲ ਗੋਸ਼ਟੀ ਕੀਤੀ ਬਈ ਹੇ ਬ੍ਰਾਹਮਣ, ਕਿ ਅਗਰ ਤੁਸੀਂ ਮਨੁੱਖ ਦਾ ਮੂਲਾਂਕਣ ਕਰਨਾ ਆ ਉਹਦੇ ਕਰਮਾਂ ਤੋਂ ਕਰੋ। ਜਿਸ ਤਰ੍ਹਾਂ ਤਥਾਗਤ ਭਗਵਾਨ ਬੁੱਧ ਆ ਨਾ ਗਾਥਾ ਦੇ ਵਿੱਚ ਸਮਝਾਉਂਦੇ ਆ, ਨਾ ਜਟਾ ਹੀ ਨਾ ਗੋਤੇ ਹੀ ਨਾ ਜੱਚਾ ਹੋਤੀ ਬ੍ਰਾਹਮਣੋ ਜਮਹੀ ਸਚੰਚ ਦਮੋਚ ਸੋ ਸੁਚੀ ਚ ਸੋ ਬ੍ਰਾਹਮਣੋ। ਇਹ ਜਟਾਂ ਦੇ ਨਾਲ ਨਹੀਂ, ਇਹ ਵੱਡੇ ਨਾਂ ਦੇ ਨਾਲ ਨਹੀਂ ਕੋਈ ਵੱਡਾ, ਤੇ ਨਾ ਹੀ ਕੋਈ ਵੱਡਾ ਹੈ ਕਿ ਉਹ ਜਨਮ ਤੋਂ ਵੱਡਾ ਨਹੀਂ ਕੋਈ ਵੀ। ਵੱਡਾ ਉਹ ਆ ਤੇ ਜਿਹੜਾ ਸੱਚ ਧੰਮ ਤੇ ਚੱਲਦਾ, ਸਤ ਧੰਮ ਤੇ ਚੱਲਦਾ। ਤਥਾਗਤ ਬੁੱਧ ਨੇ ਇਹ ਸਾਨੂੰ ਸੁਨੇਹਾ ਦਿੱਤਾ ਹੈ ਕਿ ਸਤ ਧੰਮ ਉਹ ਹੀ ਹੋ ਸਕਦਾ ਹੈ ਕਿ ਜਿਹੜਾ ਤੁਹਾਡੇ ਕਰਮਾਂ ਤੋਂ ਤੁਹਾਡਾ ਮੂਲਾਂਕਣ ਕਰੇ। ਅਗਰ ਤੁਸੀਂ ਚੰਗੇ ਕਰਮ ਕਰਦੇ ਆ, ਤੁਸੀਂ ਚੰਗੇ ਇਨਸਾਨ ਆ। ਅਗਰ ਬੁਰੇ ਕਰਮ ਕਰਦੇ ਆ, ਬੇਸ਼ੱਕ ਤੁਹਾਡਾ ਜਨਮ ਵੱਡੀ ਪਤਾ ਨਹੀਂ ਕਿ ਰੋਲ ਫੈਮਿਲੀ 'ਚ ਵੀ ਹੋਇਆ ਹੋਵੇ, ਤੁਸੀਂ ਨੀਚੇ ਹੈ। ਅਗਰ ਤੁਸੀਂ ਨੀਚੇ ਕੰਮ ਕਰਦੇ ਆ, ਬੁਰੇ ਕੰਮ ਕਰਦੇ ਆ, ਤੁਹਾਡਾ ਜਨਮ ਕਿਤੇ ਵੀ ਹੋਇਆ ਹੋਵੇ, ਪੂਰ ਫੈਮਿਲੀ 'ਚ ਵੀ ਹੋਇਆ, ਲੇਕਿਨ ਤੁਹਾਡੇ ਕਰਮ ਅੱਛੇ ਆ ਤੇ ਤੁਸੀਂ ਅੱਛੇ ਇਨਸਾਨ ਆ। ਇਤਿਹਾਸ ਦੀਆਂ ਬਹੁਤ ਸਾਰੀਆਂ ਇੱਦਾਂ ਦੇ ਵਿਅਕਤੀ ਹਨ ਜਿਹੜੇ ਉਦਾਹਰਨਾਂ ਸੀ ਇਸ ਟਾਈਮ ਸਾਡੇ ਕੋਲ ਪੈਦਾ ਹੋ ਚੁੱਕੀਆਂ, ਕਿਉਂਕਿ ਉਹਨਾਂ ਦੇ ਕੰਮ ਇੱਦਾਂ ਦੇ ਸਨ। ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੋਨ ਬਾਈ ਹਿਜ ਕੰਮ, ਤਥਾਗਤ ਭਗਵਾਨ ਬੁੱਧ ਨੋਨ ਬਾਈ ਹਿਜ ਕੰਮ। ਇਹ ਕੰਮ ਕੌਣ ਕਰਦਾ ਹੈ? ਮਾਈਂਡ ਕਰਦਾ ਹੈ। ਅਗਰ ਮਾਈਂਡ ਦੇ ਵਿੱਚੋਂ ਆਪਾਂ ਮੈਲ ਨੂੰ ਕੱਢ ਦਈਏ, ਨਿਰਮਲਤਾ ਲੈ ਆਈਏ, ਤੇ ਯੂ ਆਰ ਵਾਟ ਯੂ ਥਿੰਕ। If you think good, you are a good person. If you do good, you are a good person. If you think bad, if you do bad, you are a bad person. ਇਸ ਕਰਕੇ ਤਥਾਗਤ ਬੁੱਧ ਕਹਿੰਦੇ ਆ ਕਿ ਤੁਹਾਡਾ ਜਿਹੜਾ ਜਨਮ ਤੋਂ ਨਹੀਂ, ਕਰਮ ਤੋਂ ਤੁਹਾਡਾ ਮੂਲਾਂਕਣ ਹੁੰਦਾ ਹੈ। ਧੰਮ ਤਾਂ ਹੀ ਸਤ ਧੰਮ ਹੈ ਜੋ ਆਦਮੀ ਦੇ ਵਿਚਾਲੇ ਬਰਾਬਰਤਾ ਦੇ ਭਾਵ ਨੂੰ ਵਧਾਵੇ, ਮੈਤਰੀ ਦੇ ਨਾਲ, ਤੇ ਸਾਰਿਆਂ ਨੂੰ ਬਰਾਬਰ ਸਮਝੇ। ਤੇ ਇਹ ਸੀਗੀਆਂ ਸੱਤ ਧੰਮ ਦੀਆਂ ਐਗਜ਼ਾਮਪਲਾਂ। ਬਹੁਤ ਹੀ ਵਧੀਆ। ਦੇਖੋ ਕਿੰਨਾ ਆਪਾਂ ਨੂੰ ਤੁਸੀਂ ਬਹੁਤ ਹੀ ਅੱਛੀ ਵਿਆਖਿਆ ਦਿੱਤੀ ਕਿ ਸੱਤ ਧੰਮ ਅਸਲ ਦੇ ਵਿੱਚ ਕਿੰਨਾ ਮਹੱਤਵ ਰੱਖਦਾ ਹੈ। ਜ਼ਿੰਦਗੀ ਦਾ ਦੂਸਰਾ ਨਾਂ ਕਹਿ ਸਕਦੇ ਸੱਤ ਧੰਮ ਨੂੰ, ਅਗਰ ਉਹਨੂੰ ਸਮਝਿਆ ਜਾਵੇ। ਇਹ ਕਲਾ ਆ, ਕਲਾ ਇੱਕ ਆਰਟ ਹੈ ਕਿ ਜਦੋਂ ਅਸੀਂ ਆਪਣੀ ਜ਼ਿੰਦਗੀ ਨੂੰ ਅੱਛਾ ਇੱਕ ਰਵੱਈਆ ਦੇ ਦਿੰਦੇ ਸੱਚਾਈ ਦੇ ਰਸਤੇ ਤੇ ਸੱਤ ਧੰਮ ਤਾਂ ਆਪਣੇ ਆਪ ਸਾਨੂੰ ਕਿਸੇ ਹੋਰ ਜਗ੍ਹਾ ਦੀ ਲੋੜ ਹੀ ਨਹੀਂ ਪੈਂਦੀ ਲੱਭਣ ਦੀ। ਕਿਉਂਕਿ ਇਹ ਜਿਹੜੀਆਂ ਕਿਤਾਬਾਂ ਜਾਂ ਕਿੱਦਾਂ ਜਿੱਦਾਂ ਕਹਿੰਦੇ ਵੀ ਜਿੰਨੇ ਮਰਜ਼ੀ ਪੜ੍ਹੀ ਜਾਓ, ਬਿਲਕੁਲ
ਪੜ ਗੱਡੇ ਲੱਦੀਏ। ਜਦ ਤੱਕ ਅਸੀਂ ਉਹਦੇ ਉੱਤੇ ਅਮਲ ਕਰਕੇ ਤਾਂ ਉਹਦੇ ਵਿੱਚ ਜੋ ਉਹਨੂੰ ਪ੍ਰੈਕਟਿਸ ਦੇ ਵਿੱਚ ਲਿਆ ਕੇ ਅਤੇ ਆਹ ਜਿਹੜੀਆਂ ਤਥਾਗਤ ਭਗਵਾਨ ਬੁੱਧ ਨੇ ਸਾਨੂੰ ਗੱਲਾਂ ਦੱਸੀਆਂ ਆ, ਇਹਨਾਂ 'ਤੇ ਆਪਾਂ ਅਮਲ ਕਰੀਏ ਤਾਂ ਸੱਤ ਧੰਮ, ਤਾਂ ਫਿਰ ਦੁਨੀਆ ਜਿਹੜੀ ਆ ਇੱਕ ਧੰਮ ਰਾਜ ਬਣ ਸਕਦਾ ਹੈ। ਬਹੁਤ ਹੀ ਅਤੇ ਇਹ ਕੋਟੀ ਕੋਟੀ ਪ੍ਰਣਾਮ ਹੈ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਨੂੰ। ਉਹਨਾਂ ਨੇ ਸਾਨੂੰ ਆ ਜਿਹੜਾ ਧੰਮ ਗ੍ਰੰਥ ਜਿਹੜਾ ਲਿਖਿਆ, ਇਹ ਬੁੱਧਾ ਐਂਡ ਹੀਜ਼ ਧੰਮਾ, ਬੁੱਧ ਅਤੇ ਉਹਨਾਂ ਦਾ ਧੰਮ ਦੇ ਵਿੱਚ ਇਹ ਸਾਰਾ ਕੁਛ ਇਹ ਜੋ ਮੈਂ ਵਿਚਾਰ ਤੁਹਾਡੇ ਨਾਲ ਸਾਂਝੇ ਕਰ ਰਿਹਾ ਉਹਨਾਂ ਉਸ ਗ੍ਰੰਥ ਦੇ ਵਿੱਚੋਂ ਕਰ ਰਿਹਾ ਹਾਂ। ਬਿਲਕੁਲ ਬਿਲਕੁਲ। ਦੇਖੋ ਜਿਸ ਤਰ੍ਹਾਂ ਤੁਸੀਂ ਹੁਣ ਦੱਸਿਆ ਕਿ ਸਾਡੇ ਬਾਬਾ ਸਾਹਿਬ ਵਿਸ਼ਵ ਰਤਨ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ, ਉਹ ਇੱਕ ਬਹੁਤ ਉੱਚੀ ਸਿੱਖਿਆ ਗ੍ਰਹਿਣ ਕਰਨ ਉਪਰੰਤ ਉਹਨਾਂ ਨੇ ਫਿਰ ਦੇਖਿਆ ਕਿ ਬੁੱਧ ਐਂਡ ਧੰਮਾ ਜਿਸ ਤਰ੍ਹਾਂ ਸਾਨੂੰ ਦਿੱਤੀ ਅਤੇ ਸਾਨੂੰ ਸਾਡਾ ਸੁਚੱਜਾ ਧੰਮ ਦਿੱਤਾ, ਜ਼ਿੰਦਗੀ ਜੀਣ ਦਾ ਇੱਕ ਜਿਹੜਾ ਜ਼ਰੀਆ ਸਾਨੂੰ ਦਿੱਤਾ। ਅਤੇ ਜਦੋਂ ਅਸੀਂ ਉਸ ਜ਼ਿੰਦਗੀ ਦੇ ਉਸ ਜ਼ਰੀਏ ਨੂੰ ਜਦੋਂ ਉਸ ਰਸਤੇ 'ਤੇ ਚੱਲ ਪਏ ਅਤੇ ਸਾਨੂੰ ਪਤਾ ਲੱਗ ਗਿਆ ਕਿ ਸਾਡਾ ਅਸਲ ਵਿੱਚ ਕਿਹੜਾ ਸੱਤ ਧੰਮ ਹੈ, ਕਿਸ 'ਤੇ ਅਸੀਂ ਚੱਲਣਾ ਹੈ। ਜਿਸ ਤਰ੍ਹਾਂ ਸੁਮਨ ਸਾਹਿਬ ਬਹੁਤ ਅੱਛੀ ਵਿਆਖਿਆ ਤੁਸੀਂ ਦਿੱਤੀ ਹੈ, ਉਹਦੇ ਨਾਲ ਸਾਡੇ ਕੁਝ ਸਾਥੀ ਜੁੜੇ ਹਨ, ਉਹਨਾਂ ਨੂੰ ਜ਼ਰੂਰ ਪ੍ਰੋਗਰਾਮ ਵਿੱਚ ਸ਼ਾਮਲ ਕਰਨਾ ਚਾਹਾਂਗੇ ਅਤੇ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਰਹਾਂਗੇ। ਇਸ ਤੋਂ ਬਾਅਦ ਸਾਡੇ ਸਾਥੀ ਸੋਹਣ ਲਾਲ ਰੱਤੂ ਜੀ, ਭੈਣ ਜੀ ਮਿੰਦੋ ਰੱਤੂ ਜੀ, ਪਰਿਵਾਰ ਪੂਰਾ ਹੀ ਜੋ ਪ੍ਰੋਗਰਾਮ ਦੇਖ ਰਹੇ ਹਨ, ਅਤੇ ਭੈਣ ਜੀ ਸੱਤਿਆ ਝੱਲੀ ਜੀ ਦੇ ਸਾਥ ਛੱਡ ਜਾਣ 'ਤੇ ਪਰਿਵਾਰ ਨੂੰ ਜੋ ਉਹਨਾਂ ਨੂੰ ਸ਼ਰਧਾਂਜਲੀਆਂ ਦਿੰਦੇ ਹਨ। ਸਾਡੇ ਭੈਣ ਜੀ ਦੇ ਰੱਤੂ ਜੀ ਵੱਲੋਂ ਭੈਣ ਸੱਤਿਆ ਜੀ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਸਾਡੇ ਸਾਥੀ ਸੋਢੀ ਰਾਮ ਜੱਸਲ ਜੀ, ਕਮਲੇਸ਼ ਜੱਸਲ ਜੀ, ਰਕੇਸ਼ ਜੱਸਲ ਜੀ ਵੀ ਸ਼ਰਧਾਂਜਲੀਆਂ ਦਿੰਦੇ ਹਨ। ਸੋਹਣ ਲਾਲ ਸਾਂਪਲਾ ਜੀ ਜਰਮਨੀ ਤੋਂ ਭੈਣ ਜੀ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਹਨ। ਮੁਲਕ ਰਾਜ ਬੱਦਨ ਜੀ ਜੋ ਇੰਡੀਆ ਗਏ ਹੋਏ ਹਨ ਅਤੇ ਉਹਨਾਂ ਦਾ ਪਰਿਵਾਰ, ਭੈਣ ਜੀ ਸ਼ੀਸ਼ ਬੱਦਨ ਜੀ ਵੀ ਪੂਰਾ ਪਰਿਵਾਰ ਸ਼ਰਧਾਂਜਲੀਆਂ ਦੇ ਰਿਹਾ ਹੈ। ਸਾਡੇ ਰਮੇਸ਼ ਦਾਦਰਾ ਜੀ, ਮੀਨਾ ਦਾਦਰਾ ਜੀ ਪ੍ਰੋਗਰਾਮ ਦੀ ਸ਼ਲਾਘਾ ਕਰਦੇ ਹਨ ਅਤੇ ਭੈਣ ਜੀ ਨੂੰ ਸ਼ਰਧਾਂਜਲੀਆਂ ਦੇ ਰਹੇ ਹਨ। ਹਰਮੇਸ਼ ਜੱਸਲ ਜੀ, ਸੱਤਿਆ ਜੱਸਲ ਜੀ ਵੀ ਸ਼ਰਧਾਂਜਲੀਆਂ ਦੇ ਰਹੇ ਹਨ। ਸਾਡੇ ਕਮਲਸ਼ੀਲ ਕੌਰ ਜੀ, ਮਮਤਾ ਕੌਰ ਜੀ ਵੀ ਇਹਨਾਂ ਨੂੰ ਸ਼ਰਧਾਂਜਲੀਆਂ ਦੇ ਰਹੇ ਹਨ। ਸਾਡੇ ਸਾਥੀ ਦੀਸ਼ ਦਾਦਰਾ ਜੀ ਜੋ ਅੱਜ ਫੋਨ ਸੇਵਾ 'ਤੇ ਵੀ ਹਨ, ਅਤੇ ਭੈਣ ਜੀ ਸਮਿਤਰੀ ਦਾਦਰਾ ਜੀ ਅਤੇ ਪੂਰਾ ਪਰਿਵਾਰ ਉਹਨਾਂ ਨੂੰ ਸ਼ਰਧਾਂਜਲੀਆਂ ਦੇ ਰਹੇ ਹਨ। ਸਾਡੇ ਸਾਥੀ ਪ੍ਰੇਮ ਸ਼ੇਰਪੁਰੀ ਜੀ, ਪ੍ਰੇਮ ਚਮਕੀਲਾ ਜੀ, ਨਰਿੰਦਰ ਕੌਰ ਜੀ ਵੀ ਸਾਨੂੰ ਉਹਨਾਂ ਨੂੰ ਸ਼ਰਧਾਂਜਲੀਆਂ ਦੇ ਰਹੇ ਹਨ। ਰਾਮ ਲਾਲ ਕੈਂਥ ਜੀ ਪ੍ਰੋਗਰਾਮ ਦੀ ਸ਼ਲਾਘਾ ਕਰਦੇ ਹਨ ਅਤੇ ਸ਼ਰਧਾਂਜਲੀਆਂ ਦੇ ਰਹੇ ਹਨ। ਸਾਡੇ ਸਾਥੀ ਸ਼ਾਦੀ ਲਾਲ ਸੱਲਨ ਜੀ, ਸੱਤਿਆ ਸੱਲਨ ਜੀ, ਪੂਰਾ ਪਰਿਵਾਰ ਸੱਚੀ ਸ਼ਰਧਾਂਜਲੀ ਦੇ ਰਿਹਾ ਹੈ। ਸਾਡੇ ਸਾਥੀ ਰਾਮਪਾਲ ਝੱਲੀ ਜੀ, ਮਿੰਦੋ ਝੱਲੀ ਜੀ ਪਰਿਵਾਰ ਬਹੁਤ ਸ਼ਰਧਾਂਜਲੀਆਂ। ਹੰਸਰਾਜ ਮੈਮੀ ਜੀ, ਪਾਲੋ ਮੈਮੀ ਜੀ, ਅਤੇ ਉਹਨਾਂ ਦੇ ਨਾਲ ਨਾਲ ਸਾਡੇ ਆਦਰਨੀय ਸਾਥੀ ਮੂਰਤੀ ਮਲ ਜੀ, ਭਜਨੋ ਮਲ ਜੀ, ਪੂਰਾ ਪਰਿਵਾਰ ਸ਼ਰਧਾਂਜਲੀਆਂ ਦੇ ਰਹੇ ਹਨ। ਸਾਡੇ ਸਾਥੀ ਬਲਦੇਵ ਬਿਰਦੀ ਜੀ, ਮੈਂ ਦੱਸਦਾ ਜਾਂ ਮੈਂ ਇੰਡੀਆ ਤੋਂ ਫੋਨ ਕੀਤਾ, ਬਿਲਕੁਲ ਇੰਡੀਆ ਗਏ ਹੋਏ ਹਨ, ਫਿਰ ਵੀ ਉਹਨਾਂ ਨੇ ਉੱਥੋਂ ਸਾਰੇ ਸੁਨੇਹੇ ਭੇਜ ਰਹੇ ਹਨ ਅਤੇ ਫੋਨ ਕੀਤਾ ਹੈ। ਸਾਡੇ ਸਾਥੀ ਬਲਦੇਵ ਬਿਰਦੀ ਜੀ, ਨੰਦੋ ਬਿਰਦੀ ਜੀ ਵੀ ਉਹਨਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ। ਸਾਡੇ ਆਂਟੀ ਨੰਜੋ ਰੱਤੀ ਜੀ ਵੱਲੋਂ ਸ਼ਰਧਾ ਦੇ ਫੁੱਲ ਚੜਾਏ ਜਾ ਰਹੇ ਹਨ ਭੈਣ ਜੀ ਹੁਣਾਂ ਦੇ। ਅਤੇ ਉਸ ਦੇ ਨਾਲ ਨਾਲ ਸਾਡੇ ਕਮੇਟੀ ਦੇ ਪ੍ਰਧਾਨ ਸਾਥੀ ਮਦਨ ਚੌਹਾਨ ਜੀ, ਨਿਰਮਲਾ ਚੌਹਾਨ ਜੀ ਪਰਿਵਾਰ ਵੱਲੋਂ ਸ਼ਰਧਾਂਜਲੀਆਂ ਦਿੱਤੀਆਂ ਜਾ ਰਹੀਆਂ ਹਨ। ਸਾਡੀ ਸੁਮਨ ਪਰਿਵਾਰ ਵੱਲੋਂ ਸਾਡੇ ਬੀਬੀ ਬਚਨੀ ਜੀ, ਬਖਸ਼ੋ ਸੁਮਨ ਜੀ, ਡਾਕਟਰ ਰਕੇਸ਼ ਜੀ, ਪੂਰਾ ਹੀ ਪਰਿਵਾਰ ਸ਼ਰਧਾਂਜਲੀਆਂ ਦੇ ਰਹੇ ਹਨ। ਸਾਡੇ ਸਾਥੀ ਤਰਸੇਮ ਕੌਲ ਜੀ ਅਤੇ ਦੇਬੂ ਕੌਲ ਜੀ, ਉਰਮਲਾ ਕੌਲ ਜੀ ਇੰਡੀਆ ਤੋਂ ਫੋਨ 'ਤੇ ਸ਼ਰਧਾਂਜਲੀਆਂ ਭੇਜ ਰਹੇ ਹਨ। ਸਾਡੇ ਸਾਥੀ ਦੀਵਾਨ ਮਹਿੰਦਰਾ ਜੀ ਵੋਇਸ ਆਫ ਇੰਡੀਆ ਪ੍ਰੋਗਰਾਮ ਦੀ ਸ਼ਲਾਘਾ ਕਰਦੇ ਹਨ ਅਤੇ ਸ਼ਰਧਾਂਜਲੀਆਂ ਦਿੰਦੇ ਹਨ। ਸਾਡੇ ਸਾਥੀ ਅਮਤਾਬ ਕੌਲਧਰ ਜੀ, ਦਰਸ਼ਨਾ ਕੌਲਧਰ ਜੀ, ਅਤੇ ਸਾਡੇ ਬਹੁਤ ਹੀ ਆਦਰਨੀय ਸਾਥੀ ਫਕੀਰ ਚੰਦ ਚੌਹਾਨ ਜੀ, ਗੁਰਦੇਵੋ ਚੌਹਾਨ ਜੀ ਬਹੁਮੀ ਵਕਤ ਉਹ ਵੀ ਸ਼ਰਧਾਂਜਲੀਆਂ ਦੇ ਰਹੇ ਹਨ। ਉਸ ਦੇ ਨਾਲ ਨਾਲ ਧਰਮਚੰਦ ਮਹੇਜ ਜੀ ਸਾਡੇ ਬਹੁਤ ਹੀ ਆਦਰਨੀय ਸਾਥੀ ਕਾਂਸ਼ੀ ਟੀਵੀ ਦੇ ਮੈਂਬਰ ਹਨ। ਦੇਬੋ ਮਹੇਜ ਜੀ ਪਰਿਵਾਰ ਵੱਲੋਂ ਸੱਚੀਆਂ ਸ਼ਰਧਾਂਜਲੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਪ੍ਰੋਗਰਾਮ ਨੂੰ ਵੀ ਪਸੰਦ ਕਰ ਰਹੇ ਹਨ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਾਡੇ ਸਾਥੀ ਬਹੁਤ ਹੀ ਆਦਰਨੀय ਸਾਥੀ ਪ੍ਰਕਾਸ਼ ਹੁਸ਼ਿਆਰਪੁਰੀ ਜੀ, ਸਵਰਨ ਕੌਰ ਆਂਟੀ ਜੀ, ਸਾਡੇ ਸੱਤਿਆ ਝੱਲੀ ਜੀ ਨੂੰ ਬਹੁਤ ਬਹੁਤ ਸ਼ਰਧਾ ਦੇ ਫੁੱਲ ਚੜ੍ਹਾ ਰਹੇ ਹਨ ਅਤੇ ਪ੍ਰੋਗਰਾਮ ਦੀ ਸ਼ਲਾਘਾ ਕਰਦੇ ਹਨ। ਸਾਡੇ ਸਾਥੀ ਲੰਡਨ ਤੋਂ ਬਹੁਤ ਹੀ ਆਦਰਨੀय ਸਾਥੀ ਮਦਨ ਸਰੋਏ ਜੀ ਵੀ ਸ਼ਰਧਾਂਜਲੀਆਂ ਦੇ ਰਹੇ ਹਨ ਅਤੇ ਪ੍ਰੋਗਰਾਮ ਪਸੰਦ ਕਰ ਰਹੇ ਹਨ। ਸਾਡੇ ਸਾਥੀ ਸਤਪਾਲ ਜੱਖੂ ਜੀ ਸਾਡੇ ਨਾਲ ਜੁੜੇ ਹਨ, ਉਹ ਵੀ ਪਰਿਵਾਰ ਨੂੰ ਬਹੁਤ ਬਹੁਤ ਸ਼ਰਧਾਂਜਲੀ ਦੇ ਰਹੇ ਹਨ। ਭੈਣ ਜੀ ਉਹਨਾਂ ਤੋਂ ਪਰਿਵਾਰ ਨਾਲ ਅਫਸੋਸ ਜ਼ਾਹਰ ਕਰ ਰਹੇ ਹਨ। ਅਤੇ ਬੈਡਫੋਰਡ ਤੋਂ ਸਾਡੇ ਬਹੁਤ ਹੀ ਆਦਰਨੀय ਸਾਥੀ KL ਚਾਂਦ ਜੀ, ਉਹ ਵੀ ਸੱਤਿਆ ਝੱਲੀ ਜੀ ਨੂੰ ਸ਼ਰਧਾਂਜਲੀਆਂ ਦਿੰਦੇ ਹਨ ਅਤੇ ਪ੍ਰੋਗਰਾਮ ਪਸੰਦ ਕਰ ਰਹੇ ਹਨ। ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਉਸ ਦੇ ਨਾਲ ਨਾਲ ਜਿਸ ਤਰ੍ਹਾਂ ਸੁਮਨ ਸਾਹਿਬ ਅਸੀਂ ਸੱਤ ਧੰਮ ਦੀ ਗੱਲ ਕੀਤੀ ਹੈ, ਅਤੇ ਸੱਤ ਧੰਮ ਜਿਸ ਤਰ੍ਹਾਂ ਤੁਸੀਂ ਨਾਲ ਨਾਲ ਦੱਸਿਆ ਹੈ ਕਿ ਇਹ ਤਥਾਗਤ ਬੁੱਧ ਦੇ ਧੰਮ ਦਾ ਜੋ ਤੁਸੀਂ ਦੱਸ ਰਹੇ ਹੋ, ਅਤੇ ਅਸਲ ਦੇ ਵਿੱਚ ਜਦੋਂ ਤਥਾਗਤ ਬੁੱਧ ਦੇ ਧੰਮ ਦੀ ਗੱਲ ਕਰਦੇ ਹਾਂ ਤਾਂ ਇਸ ਨੂੰ ਬੜੇ ਪੱਖਾਂ ਤੋਂ ਦੇਖਿਆ ਜਾਂਦਾ। ਤਾਂ ਅੱਜ ਮੈਂ ਤੁਹਾਨੂੰ ਇਹ ਵੀ ਜ਼ਰੂਰ ਰਿਕੁਐਸਟ ਕਰੂੰਗੀ ਕਿ ਅੱਜ ਤੁਸੀਂ ਸਾਡੇ ਦਰਸ਼ਕਾਂ ਨਾਲ ਬੁੱਧ ਧੰਮ ਅਸਲ ਵਿੱਚ ਬੁੱਧ ਧੰਮ ਕੀ ਹੈ, ਕਿਉਂਕਿ ਇਹ ਪੂਰੇ ਸੰਸਾਰ ਭਰ ਦੇ ਵਿੱਚ, ਪੂਰੇ ਦੁਨੀਆ ਦੇ ਵਿੱਚ ਇਸ ਨੂੰ ਮੰਨਿਆ ਗਿਆ ਹੈ,
ਤਥਾਗਤ ਬੁੱਧ ਨੂੰ ਪੂਰਾ ਸੰਸਾਰ ਨਮਨ ਕਰਦਾ ਹੈ ਤੇ ਹਮੇਸ਼ਾ ਇਹ ਸੁਣਨ ਵਿੱਚ ਆਉਂਦਾ ਹੈ ਕਿ ਯੁੱਧ ਨਹੀਂ, ਬੁੱਧ ਚਾਹੀਦਾ ਹੈ, ਬੁੱਧ ਦਾ ਧੰਮ ਚਾਹੀਦਾ ਹੈ। ਜੀ ਤੇ ਪਰ ਜੋ ਆਪਣਾ ਸਾਰਾ ਸੰਸਾਰ ਹੈ, ਭਾਰਤ ਆਪਣਾ ਪ੍ਰਬੁੱਧ ਭਾਰਤ ਜਿਸ ਨੂੰ ਬਣਾਉਣਾ ਹੈ, ਉਸ ਦਾ ਜੋ ਸਮਾਜ ਹੈ ਉਹ ਇਸ ਧੰਮ ਨੂੰ ਬੁੱਧ ਧੰਮ ਨੂੰ ਬਹੁਤ ਵੱਖਰੇ ਵੱਖਰੇ ਨਜ਼ਰੀਏ ਨਾਲ ਦੇਖਦਾ। ਸਹੀ। ਤੇ ਅੱਜ ਬਹੁਤ ਤੁਸੀਂ ਸੋਹਣਾ ਇਸ ਬਾਰੇ ਸਵਾਲ- ਦੱਸੋ। ਬਹੁਤ ਸੋਹਣਾ ਸਵਾਲ ਕੀਤਾ ਹੈ ਕਿ ਜਦੋਂ ਆਪਾਂ ਬੁੱਧ ਧੰਮ ਦੀ ਗੱਲ ਕਰਦੇ ਹਾਂ ਤੇ ਆ ਜਿਹੜਾ ਆਪਾਂ ਧੰਮ ਤੇ ਸੱਤ ਧੰਮ ਨੂੰ ਹੈ ਨਾ, ਐਕਚੁਅਲੀ ਇਹ ਜਿਹੜੀਆਂ ਸੱਚਾਈਆਂ ਆ ਇਹ ਹੀ ਬੁੱਧ ਧੰਮ ਹੈ। ਬਿਲਕੁਲ ਜਿਹੜੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਗੱਲ ਕਰਦੇ ਪ੍ਰਬੁੱਧ ਭਾਰਤ ਦੀ, ਇਹਦੀ ਕਰਦੇ ਆ ਕਿ ਅਲਾਈਟਨ ਇੰਡੀਆ, ਬਿਲਕੁਲ ਕਿ ਅਲਾਈਟਨ ਪੀਪਲ ਜਿਹੜੇ ਆ ਤਥਾਗਤ ਬੁੱਧ ਦੀਆਂ ਸਿੱਖਿਆਵਾਂ ਦੇ ਨਾਲ ਅਲਾਈਟਨ ਹੋ ਕੇ ਇੰਡੀਆ ਦੇ ਸਾਰੇ ਲੋਕ ਅਲਾਈਟਨ ਹੋ ਜਾਣ ਤੇ ਜਿਹੜੇ ਬੁਰੇ ਕੰਮਾਂ ਤੋਂ ਦੂਰ ਤਿਆਗ ਕਰਕੇ ਚੰਗਿਆਈਆਂ ਦੇ ਕੰਮਾਂ ਦੇ ਚੱਲ ਪਣ। ਇਹ ਅਲਾਈਟਨ ਇੰਡੀਆ ਪ੍ਰਬੁੱਧ ਬਿਲਕੁਲ। ਭਾਰਤ। ਕਈ ਲੋਕ ਕਹਿੰਦੇ ਆ ਕਿ ਸਾਰੇ ਦੇਸ਼ ਨੂੰ ਬੁੱਧ ਹੀ ਬਣਾ ਦੇਣਾ। ਬੁੱਧ ਦਾ ਮਤਲਬ ਹੈ ਵਿਜ਼ਡਮ, ਗਿਆਨਵਾਨ, ਬੁੱਧੀਵਾਨ। ਤੇ ਇੱਥੇ ਗੱਲ ਜਦੋਂ ਆਪਾਂ ਕਰਦੇ ਹਾਂ ਕਿ ਵਾਟ ਇਜ਼ ਬੁੱਧਿਜ਼ਮ, ਬੁੱਧ ਧੰਮ ਕੀ ਹੈ, ਤਾਂ ਬੁੱਧ ਧੰਮ ਰੇਖਾ ਜੀ, ਬੁੱਧ ਧੰਮ ਇੱਕ ਅਰੀਆ ਸੱਤ ਹੈ। ਬਿਲਕੁਲ ਬੁੱਧਿਜ਼ਮ ਇਜ਼ ਨਥਿੰਗ ਬਟ ਨੋਬਲ ਟਰੂਥ। ਇਹ ਸਵਾਲ ਦੇ ਨਾਲ ਬਹੁਤ ਸਾਰੇ ਲੋਕ ਜਿਹੜੇ ਆ ਪਜ਼ਲ ਹੋਏ ਹਨ। ਉਹ ਅਕਸਰ ਸਵਾਲ ਕਰਦੇ ਹਨ ਕਿ ਬੁੱਧ ਧਰਮ ਇੱਕ ਦਰਸ਼ਨ ਹੈ, ਫਿਲਾਸਫੀ ਹੈ, ਜਾਂ ਇਹ ਜੋ ਬੁੱਧ ਧਰਮ ਹੈ ਕਿ ਇੱਕ ਰਿਲੀਜਨ ਹੈ, ਤੇ ਜਾਂ ਫਿਰ ਜੀਵਨ ਕਲਾ ਹੈ, ਵੇ ਆਫ ਲਾਈਫ ਹੈ। ਸਿੱਧਾ ਤੇ ਸਧਾਰਨ ਜਿਹੜਾ ਇਹਦਾ ਉੱਤਰ ਹੈ ਰੇਖਾ ਜੀ ਕਿ ਬੁੱਧ ਧਰਮ ਇਤਨਾ ਵਿਸ਼ਾਲ ਹੈ, ਇਤਨਾ ਅਨੂਪਮ ਹੈ, ਬਿਲਕੁਲ ਇਹਨੂੰ ਇੱਕ ਸਿੰਗਲ ਕੈਟਾਗਰੀ ਦੇ ਵਿੱਚ ਅਸੀਂ ਨਹੀਂ ਰੱਖ ਨਹੀਂ ਰੱਖ ਸਕਦੇ। ਸਕਦੇ। ਇਹ ਤਾਂ ਵਿਸ਼ਾਲ ਹੈ। ਉਹਦੇ ਵਿੱਚ ਕੀ ਕਹਿੰਦੇ ਫਿਲਾਸਫੀ ਵੀ ਹੈ, ਬਿਲਕੁਲ ਉਹਦੇ ਵਿੱਚ ਦਾਰਸ਼ਨਿਕਤਾ ਫਿਲਾਸਫੀ ਵੀ ਹੈ, ਉਹਦੇ ਵਿੱਚ ਜ਼ਿੰਦਗੀ ਜਿਉਣ ਦਾ ਮਾਰਗ ਵੀ ਹੈ। ਬਿਲਕੁਲ ਤੇ ਉਹੋ ਹੀ ਇੱਕ ਫਿਲਾਸਫੀ ਵੀ ਹੈ, ਇੱਕ ਜੀਵਨ ਜਿਉਣ ਦਾ ਮਾਰਗ ਵੀ ਹੈ, ਉਹ ਧੰਮ ਵੀ ਹੈ। ਲੇਕਿਨ ਇਸ ਤੋਂ ਵੀ ਜ਼ਿਆਦਾ ਅੱਗੇ ਇਹ ਮਤਲਬ ਇੱਕ ਸੱਚ ਹੈ। ਇੱਥੇ ਮੈਂ ਅੰਗਰੇਜ਼ੀ ਦੇ ਵਿੱਚ ਆਪਣੇ ਅੰਗਰੇਜ਼ੀ ਜਿਹੜੇ ਸਮਝਣ ਵਾਲਿਆਂ ਦੇ ਨੂੰ ਕਰਾਂਗਾ। ਸਿੰਪਲ ਆਨਸਰ ਇਜ਼ ਦੈਟ Buddhism is too vast and profound to be neatly placed in any single category. Of course, Buddhism is include philosophy, religion, and a way of life. But Buddhism goes beyond these categories. Categories or label given to Buddhism are like a signboard to let the people know what is being presented. ਬਿਲਕੁਲ ਬੁੱਧ ਧੰਮ ਨੂੰ ਅਸੀਂ ਜੇ ਇੱਕ ਮੈਡੀਕਲ ਸਟੋਰ ਸਮਝੀਏ ਤਾਂ ਇਹ ਸਾਫ਼ ਹੋ ਜਾਂਦਾ ਹੈ ਕਿ ਮੈਡੀਕਲ ਸਟੋਰ ਜਾਂ ਦੁਕਾਨ ਉੱਪਰ ਲੱਗਿਆ ਹੋਇਆ ਬੋਰਡ ਜਿਹੜਾ ਆ ਉਹ ਕਿਸੇ ਦੀ ਬਿਮਾਰੀ ਨੂੰ ਠੀਕ ਨਹੀਂ ਕਰ ਸਕਦਾ। ਤੇ ਜਿਹੜੀ ਬੁੱਧ ਧਰਮ ਇੱਕ ਦਵਾਈ ਹੈ, ਬਿਲਕੁਲ ਹਰ ਇਨਸਾਨ ਦੀ ਮਾਨਸਿਕ ਬਿਮਾਰੀ ਦਾ ਇਲਾਜ ਹੈ। ਤਥਾਗਤ ਭਗਵਾਨ ਬੁੱਧ ਦੁਨੀਆ ਦੇ ਗ੍ਰੇਟੈਸਟ ਡਾਕਟਰ ਮੰਨੇ ਗਏ ਆ। ਸਰੀਰ ਦੀਆਂ ਬਿਮਾਰੀਆਂ ਤਾਂ ਸਾਰੇ ਠੀਕ ਕਰਦੇ ਆ। Only the one doctor ever world have got Lord Buddha is the greatest doctor ਜਿਨ੍ਹਾਂ ਨੇ ਲੋਕਾਂ ਦੀਆਂ ਮਾਨਸਿਕ ਬਿਮਾਰੀਆਂ ਹਰ ਤਰ੍ਹਾਂ ਦੇ ਮਨ ਨੂੰ, ਕਿਉਂਕਿ ਜਿਹੜੀਆਂ ਬਿਮਾਰੀਆਂ ਮਨ ਤੋਂ ਹੀ ਸ਼ੁਰੂ ਹੁੰਦੀਆਂ ਹਨ, ਬਿਲਕੁਲ ਤੇ ਉਹਨਾਂ ਦੇ ਡਾਕਟਰ ਜਿਹੜੇ ਆ ਗ੍ਰੇਟੈਸਟ ਡਾਕਟਰ ਜਿਹੜੇ ਆ ਤਥਾਗਤ ਭਗਵਾਨ ਬੁੱਧ ਹੈ। ਤੇ ਉਹ ਜਿਹੜਾ ਡਾਕਟਰ ਹੁੰਦਾ ਹੈ ਉਹ ਕਿਸੇ ਦਾ ਧਰਮ ਨਹੀਂ ਦੇਖਦਾ, ਉਹ ਸਿਰਫ ਇਲਾਜ ਕਰਦਾ ਹੈ। ਬਿਲਕੁਲ ਤਥਾਗਤ ਬੁੱਧ ਦਾ ਧੰਮ ਇਸ ਕਰਕੇ ਕਹਿੰਦਾ ਅਗਰ ਦੁਨੀਆ ਦੇ ਵਿੱਚ ਅਗਰ ਧੰਮ ਜੋ ਹੈ, ਅਗਰ ਗਾਂਹ ਤੋਂ ਕੋਈ ਧੰਮ ਹੋਣਾ ਹੈ, ਉਹ ਬੁੱਧ ਧੰਮ ਹੀ ਸਾਰਿਆਂ ਨੂੰ ਬਚਾ ਸਕਦਾ। ਜਿੱਦਾਂ ਤੁਸੀਂ ਕਿਹਾ ਕਿ ਜਿਹੜੀ ਦੁਨੀਆ ਅੱਜ ਕਹਿ ਰਹੀ ਹੈ ਕਿ ਸਾਨੂੰ ਯੁੱਧ ਨਹੀਂ, ਅੱਜ ਸਾਨੂੰ ਬੁੱਧ ਚਾਹੀਦਾ, ਕੋਈ ਆਵੇ ਸਾਨੂੰ ਇਹ ਸਿੱਖਿਆਵਾਂ ਤੇ ਅਸੀਂ ਚੱਲੀਏ। ਇਫ ਦ ਮੈਡੀਸਨ ਇਜ਼ ਇਫੈਕਟਿਵ then you can use it to cure yourself, heal yourself without being concerned about who invented it ਬਿਲਕੁਲ or whatever the name of the signboard on it. ਅਸਲੀ ਦਵਾਈ ਇਹ ਸਾਈਨਬੋਰਡ ਨਹੀਂ, ਅਸਲੀ ਦਵਾਈ ਆ। ਬਿਲਕੁਲ ਤਾਂ ਇਹ ਤਥਾਗਤ ਬੁੱਧ ਦੇ ਧੰਮ ਦੀ ਗੱਲ ਕਰਦੇ ਆ। ਤੇ ਇਹ ਜਿਹੜੇ ਗੱਲ ਦੀ ਆਪਾਂ ਧੰਮ ਦੀ ਗੱਲ ਕਰਦੇ ਆ, ਇਹਦੇ ਵਿੱਚ ਜਿਹੜੇ ਚਾਰ ਅਰੀਆ ਸੱਤ ਨੇ, ਬਿਲਕੁਲ ਜਿਸ ਤਰ੍ਹਾਂ ਉਹ ਬਹੁਤ ਸੱਚ ਦੀ ਗੱਲ ਕੀਤੀ ਕੀਤੀ ਜਾਂਦੀ ਤਾਂ ਆਰੀਆ ਸੱਤ ਜੋ ਹੈ ਉਹ ਜਿਹੜੇ ਉਹ ਉਸ ਤੋਂ ਹੀ ਆਪਾਂ ਬੁੱਧ ਧੰਮ ਦੀ ਵਿਆਖਿਆ ਕਰ ਸਕਦੇ ਹਾਂ। ਤੇ ਤੁਸੀਂ ਅੱਜ ਸਾਡੇ ਦਰਸ਼ਕਾਂ ਨਾਲ ਜਿਹੜੇ ਚਾਰ ਆਰੀਆ ਸੱਤ ਹਨ, ਕੋਸ਼ਿਸ਼ ਆਪਾਂ ਕਰਦੇ ਆ ਦਿਖਾਈ ਬਿਲਕੁਲ
ਕਿ ਜੋ ਬੁੱਧ ਦਾ ਧੰਮ ਹੈ ਉਹ 4 ਅਰੀਆ ਸੱਤ 'ਤੇ ਟਿਕਿਆ ਹੋਇਆ ਹੈ। ਤੇ ਤਥਾਗਤ ਬੁੱਧ ਜੀ ਦਾ ਜੋ ਪਹਿਲਾ ਉਪਦੇਸ਼ ਹੈ, ਉਹਨਾਂ ਨੇ 5 ਸੰਨਿਆਸੀਆਂ ਨੂੰ ਜਦੋਂ ਬਨਾਰਸ ਸਾਰਨਾਥ ਦੇ ਜਿਹੜਾ ਇੱਕ ਡੀਅਰ ਪਾਰਕ ਹਿਰਨਗਾਹ ਦੇ ਵਿੱਚ ਉਹਨਾਂ 5 ਸੰਨਿਆਸੀਆਂ ਨੂੰ ਦਿੱਤਾ ਸੀ, ਉਹਨੂੰ ਆਪਾਂ ਧੰਮ ਪਵਿੱਤਰ ਚੱਕ ਸੁੱਤ ਦੇ ਨਾਲ ਜਾਣਦੇ ਹਨ। ਇਹ ਆਰੀਆ ਸੱਤ ਦੀ ਵਿਆਖਿਆ ਤਥਾਗਤ ਭਗਵਾਨ ਬੁੱਧ ਨੇ ਫਿਰ ਉੱਥੇ ਕੀਤੀ ਸੀ। ਤੇ ਉਹਦੇ ਵਿੱਚ ਪਹਿਲਾ ਸੱਚ ਆ ਦੁੱਖਾ ਅਰੀਆ ਸੱਚਾ, ਦਾ ਨੋਬਲ ਟਰੂਥ ਆਫ ਦੁੱਖਾ। ਬਿਲਕੁਲ। ਸੈਕੰਡ ਵਨ ਦੀ ਉਹਨਾਂ ਨੇ ਗੱਲ ਕੀਤੀ ਕਿ ਦੁੱਖਾਂ ਦਾ ਕਾਰਨ ਹੈ ਦੁੱਖਾ ਸਮੁਦਾਇ ਅਰੀਆ ਸੱਚ, ਦਾ ਨੋਬਲ ਟਰੂਥ ਆਫ ਕੋਜ ਆਫ ਦੁੱਖਾ। ਬਿਲਕੁਲ। ਤਾਂ ਤੀਸਰਾ ਉਹਨੇ ਗੱਲ ਕੀਤੀ ਤਥਾਗਤ ਭਗਵਾਨ ਬੁੱਧ ਕਰਦੇ ਆ ਤੀਸਰੇ ਸੱਚ ਦੀ, ਨੋਬਲ ਟਰੂਥ ਦੀ, ਅਰੀਆ ਸੱਚ ਦੀ, ਉਹ ਹੈ ਦ ਨੋਬਲ ਟਰੂਥ ਆਫ ਐਂਡ ਆਫ ਦੁੱਖਾ। ਦੁੱਖਾਂ ਨੂੰ ਦੂਰ ਕਰਨ ਦਾ, ਜੋ ਨਿਵਾਰਨ ਕਰਨ ਦਾ, ਦੁੱਖਾ ਨਿਰੋਧ ਅਰੀਆ ਸੱਚ। ਬਿਲਕੁਲ। ਤਾਂ ਚੌਥਾ ਜਿਹੜਾ ਆ ਦ ਨੋਬਲ ਟਰੂਥ ਆਫ ਦ ਪਾਥ ਲੀਡਿੰਗ ਟੂ ਐਂਡ ਆਫ ਦ ਸਫਰਿੰਗ, ਦ ਦੁੱਖਾ, ਦੁੱਖਾਂ ਨੂੰ ਦੂਰ ਕਰਨ ਦਾ ਮਾਰਗ, ਅਸ਼ਟੰਗਿਕ ਮਾਰਗ, ਦੁੱਖ ਨਿਰੋਧ ਗਾਮਨੀ ਪਟੀਪਦਾ ਅਰੀਆ ਸੱਚ। ਇਹ 4 ਸੱਚ ਨੇ। ਹੁਣ ਆਪਾਂ ਇਹਨੂੰ ਇਕੱਲੇ ਜਿਹੜਾ ਸੱਚ ਆ ਉਹਨੂੰ ਆਪਾਂ ਦੇਖਾਂਗੇ ਕਿ ਤਥਾਗਤ ਭਗਵਾਨ ਬੁੱਧ ਉਦੋਂ ਸਮਝਾਉਂਦੇ ਦੁੱਖ ਬਾਰੇ। ਬਿਲਕੁਲ। ਉਹਨਾਂ ਨੇ ਇੱਕ ਗਾਥਾ ਦੇ ਵਿੱਚ ਸਮਝਾਉਂਦੇ ਆ ਇਦੰ ਖੋ ਪੰਨ ਵਿਖਵੇ ਦੁੱਖੰ ਅਰੀਆ ਸਚੰ, ਕਿ ਦੁੱਖ ਅਰੀਆ ਸੱਚ ਹੈ। ਜਾਤੀ ਵੀ ਦੁੱਖਾ, ਜਰਾ ਵੀ ਦੁੱਖਾ, ਵਿਆਧੀ ਵੀ ਦੁੱਖੋ, ਮਰਨੰ ਵੀ ਦੁੱਖੰ, ਅਪੀਏ ਸਮਯੋਗ ਦੁੱਖੋ, ਪੀਏ ਵਿਪਯੋਗ ਦੁੱਖੋ, ਜੰਪੀ ਇੱਛੰ ਨਾ ਲਭਤੀ, ਤੰਪੀ ਦੁੱਖੰ, ਸੰਖਿਤੈਨ ਪੱਚ ਉਪਾਦਾਨ ਖੰਦ ਦੁੱਖਾ। ਇਹਦਾ ਮਤਲਬ ਹੈ ਕਿ ਜਿਹੜਾ ਜਨਮ ਲੈਣਾ ਦੁੱਖ, ਬੁਢਾਪਾ ਆਉਣਾ ਦੁੱਖ, ਬਿਮਾਰੀ ਦਾ ਆਉਣਾ ਦੁੱਖ, ਮਰਨ ਹੋ ਜਾਣਾ ਦੁੱਖ, ਜਿਹੜੀ ਚੀਜ਼ ਸਾਨੂੰ ਨਹੀਂ ਚਾਹੀਦੀ ਉਹ ਮੋਹਰੇ ਆ ਜਾਣੀ ਉਹ ਵੀ ਦੁੱਖ, ਜਿਹੜੇ ਸਾਡੇ ਪਿਆਰੇ ਆ ਸਾਡੇ ਤੋਂ ਦੂਰ ਚਲ ਜਾਂਦੇ ਆ, ਵਿਛੜ ਜਾਂਦੇ ਹਨ, ਉਹ ਵੀ ਦੁੱਖ। ਜਿੱਦਾਂ ਸਾਡੇ ਭੈਣ ਜੀ ਸੱਤਿਆ ਚੱਲੀ ਜੀ ਸਾਡੇ ਤੋਂ ਵਿਛੜ ਗਏ ਹਨ। ਪੀਏ ਵਿਪਯੋਗ ਆ ਦੁੱਖੋ, ਉਸ ਦੁੱਖ ਹੈ। ਜੰਪੀ ਇੱਛੰ ਨਾ ਲੱਭਤੀ, ਤੰਪੀ ਦੁੱਖੰ, ਕਿ ਜਿਹੜੀ ਤੁਸੀਂ ਆਪਣੇ ਮਨ ਦੇ ਵਿੱਚ ਇੱਛਾ ਕੀਤੀ ਹੋਈ ਚੀਜ਼ ਹੈ ਉਹ ਤੁਹਾਨੂੰ ਨਹੀਂ ਮਿਲਦੀ ਤਾਂ ਵੀ ਅਸੀਂ ਦੁਖੀ ਹੁੰਦੇ ਹਾਂ। ਅਤੇ ਨਾਲ 5 ਉਪਾਦਾਨ ਸਕੰਦ, ਜਿਹੜੇ 5 ਉਪਾਦਾਨ ਸਕੰਦ ਦੁੱਖ ਹੈ, ਸੱਚੇ ਪਾਇਆਸੀ ਦੁੱਖਾ, ਇਹ ਭਾਈ ਸੱਚ ਹੈ, ਇਹ ਦੁੱਖ ਹੈ। ਤਾਂ ਇਹ ਜਿਹੜੇ 5 ਸਕੰਦ ਜਿਹੜੇ ਆ, ਜਿੱਦਾਂ ਆਪਾਂ ਕਹਿੰਦੇ ਰੂਪ ਵੇਦਨਾ ਸੰਗਿਆ ਸੰਖਾਰਾ ਵਿਗਿਆਨ, ਇਹ ਸਾਰੇ ਦੁੱਖ ਹਨ। ਅਤੇ ਸਫਰਿੰਗ ਆਫ ਅਨਸੈਟਿਸਫੈਕਟਰੀਨੈਸ, 4 ਅਰੀਆ ਸੱਤ ਵਿੱਚ ਦੁੱਖ ਦਾ ਬਹੁਤ ਡੂੰਘਾ ਮਹੱਤਵ ਹੈ। ਬਿਲਕੁਲ। ਉਹਦਾ ਅਰੀਆ ਸੱਤ ਦੇ ਅਨੁਸਾਰ ਸਰੀਰਕ ਦੁੱਖ ਅਤੇ ਮਾਨਸਿਕ ਦੁੱਖ ਇਸ ਵਿੱਚ ਸ਼ਾਮਲ ਹੁੰਦੇ ਹਨ। ਅਤੇ ਇਹ ਜਿਸ ਤਰ੍ਹਾਂ ਕਿ ਹੁਣ ਅਗਲੇ 'ਤੇ ਆਉਂਦੇ ਦੁੱਖ ਦਾ ਕਾਰਨ। ਬਿਲਕੁਲ। ਕੋਜ਼ ਆਫ ਸਫਰਿੰਗ। ਇੱਕ ਸਿਰਫ ਤਥਾਗਤ ਬੁੱਧ ਹੀ ਹਨ ਜਿਹੜੇ ਦੁੱਖ ਤਾਂ ਸਾਰਾ ਸੰਸਾਰ ਭਰ ਦੇ ਤੁਹਾਨੂੰ ਦੱਸ ਰਹੇ ਆ, ਪਰ ਦੁੱਖ ਦਾ ਕਾਰਨ ਆਪਾਂ ਕਹਿੰਦੇ ਆ ਕਿ ਦੁਨੀਆ ਦੁੱਖਾਂ ਦਾ ਘਰ ਹੈ, ਲੇਕਿਨ ਕਿਸੇ ਨੇ ਅੱਗੇ ਨਹੀਂ ਗਏ। ਇੱਕ ਦੁਨੀਆ ਦੇ ਪਹਿਲੇ ਮਹਾਮਾਨਵ ਤਥਾਗਤ ਭਗਵਾਨ ਬੁੱਧ ਜੀ ਹੋਏ ਆ, ਜਿਨ੍ਹਾਂ ਨੇ ਅੱਗੇ ਜਾ ਕੇ ਇੱਕ ਸਾਇੰਟਿਸਟ ਦੀ ਤਰ੍ਹਾਂ ਉਹਦੀ ਖੋਜ ਕੀਤੀ। ਮੈਂ ਇਹਦਾ ਕਾਰਨ ਲੱਭਣਾ ਆ, ਦੁੱਖ ਦਾ ਕਾਰਨ ਕੀ ਆ। ਦੁੱਖ ਦਾ ਕਾਰਨ ਦੁੱਖ ਸਮੁਦਾਇ ਅਰੀਆ ਸੱਚ। ਦੁੱਖਾਂ ਤੋਂ ਪਾਉਣ ਵਾਸਤੇ ਸਾਨੂੰ ਉਸ ਦਾ ਕਾਰਨ ਲੱਭਣਾ ਪਵੇਗਾ, ਉਸ ਨੂੰ ਸਮਝਣਾ ਪਵੇਗਾ, ਪਹਿਚਾਨਣਾ ਪਵੇਗਾ। ਇਫ ਵੀ ਵਿਸ਼ ਟੂ cure ourselves from suffering, we must first identify the cause of suffering. ਬਿਲਕੁਲ। ਬੁੱਧ ਦੀਆਂ ਸਿੱਖਿਆਵਾਂ ਦੇ ਹਿਸਾਬ ਦੇ ਨਾਲ ਦੁੱਖ ਦਾ ਕਾਰਨ ਹੈ ਤ੍ਰਿਸ਼ਨਾ, ਰਾਗ। ਅਗਰ ਅਸੀਂ ਆਪਣੀਆਂ ਤ੍ਰਿਸ਼ਨਾ ਅਤੇ ਰਾਗ ਨੂੰ ਖਤਮ ਕਰ ਦਈਏ ਤਾਂ ਦੁੱਖਾਂ ਤੋਂ ਛੁਟਕਾਰਾ ਪਾ ਸਕਦੇ ਹਾਂ। ਐਂਡ ਆਫ ਸੀਜ਼ਿੰਗ ਦੁੱਖਾ ਇਜ਼ ਆਲਸੋ ਵਿਦਨ ਦੁੱਖਾ ਇਟਸੈਲਫ, ਨਾਟ ਆਊਟਸਾਈਡ। ਦੁੱਖ ਦਾ ਜਿਹੜਾ ਕਾਰਨ ਤੇ ਉਹਦਾ ਜਿਹੜਾ ਨਿਵਾਰਨ ਵੀ ਉਹਦੇ ਵਿੱਚ ਹੀ ਹੈ। ਤੇ ਤਥਾਗਤ ਬੁੱਧ ਇੱਥੇ ਬਹੁਤ ਸੋਹਣੀ ਇੱਕ ਗਾਥਾ ਦੇ ਨਾਲ ਸਮਝਾਉਂਦੇ ਆ। ਜਾ ਕਿੰਚੀ ਸਮੁਦਾਇ ਦਮੰਗ ਸਬੰਗ ਦਮ ਨਿਰੋਧ ਦਮੰਗ। ਇਹਦਾ ਅਰਥ ਇਹ ਆ
ਕਿ ਦੁੱਖ ਦਾ ਜਿਹੜਾ ਰਾਈਜ਼ਿੰਗ ਆ ਨਾ, ਉਹਦੇ ਵਿੱਚ ਹੀ ਉਹਦਾ ਇਲਾਜ ਵੀ ਹੈ। ਬਿਲਕੁਲ। ਵਟ ਐਵਰ ਇਜ਼ ਆਫ ਦਾ ਨੇਚਰ ਆਫ ਅਰਾਈਜ਼ਿੰਗ ਆਫ ਸਫਰਿੰਗ, all that is of the nature of cessation of dukkha. According to Buddha, craving or desire, tanna, raga, cause of suffering, this is the second noble truth. ਦੁਨੀਆ ਚੀਜ਼ਾਂ ਦੇ ਨਾਲ ਲਗਾਓ ਹੋ ਜਾਣਾ, ਮੋਹ ਤੋਂ ਮੋਹ ਹੋ ਜਾਣਾ ਦੁੱਖ ਦਾ ਕਾਰਨ ਹੈ। ਬਿਲਕੁਲ। ਤ੍ਰਿਸ਼ਨਾ ਇੱਕ ਅੱਗ ਹੈ ਜੋ ਹਰ ਜੀਵ ਨੂੰ ਜਲਾਉਂਦੀ ਹੈ, ਚਾਹੇ ਉਹ ਕੋਈ ਵੀ ਜਾਨਵਰ ਹੈ ਜਾਂ ਪਸ਼ੂ ਹੈ। ਲਾਲਸਾ ਪਸ਼ੂਆਂ ਵਿੱਚ ਵੀ ਹੈ ਬਿਲਕੁਲ ਤੇ ਮਨੁੱਖਾਂ ਵਿੱਚ ਵੀ ਹੈ। ਉਸ ਨੂੰ ਪੂਰੀ ਕਰਨ ਲਈ ਪਸ਼ੂ ਦੂਸਰੇ ਜਾਨਵਰਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ। ਜਿਸ ਤਰ੍ਹਾਂ ਸ਼ੇਰ ਹੈ, ਉਹ ਦੂਸਰੇ ਜਾਨਵਰਾਂ ਨੂੰ ਸ਼ਿਕਾਰ ਬਣਾਉਂਦਾ ਹੈ। ਇੱਕ ਮਨੁੱਖ ਆਪਣੀ ਲਾਲਸਾ ਪੂਰੀ ਕਰਨ ਵਾਸਤੇ ਲੜਾਈਆਂ ਕਰਦਾ ਹੈ, ਦੂਸਰਿਆਂ ਦੀ ਜਾਨ ਲੈਂਦਾ ਹੈ, ਹੇਰਾ ਫੇਰੀ ਕਰਦਾ ਹੈ, ਝੂਠ ਬੋਲਦਾ ਹੈ, ਪਤਾ ਨਹੀਂ ਕਿੰਨੇ ਤਰ੍ਹਾਂ ਦੇ ਪਾਪ ਕਰਮ ਕਰਦਾ ਹੈ। ਲਾਲਸਾ ਮਨ ਦੀ ਉਹ ਸ਼ਕਤੀਸ਼ਾਲੀ ਤਾਕਤ ਹੈ, ਇਹੀ ਸਾਰੇ ਦੁੱਖਾਂ ਦਾ ਕਾਰਨ ਤੇ ਪ੍ਰਧਾਨ ਹੈ। ਬਹੁਤ ਅਗਰ ਇਹਨਾਂ ਤੋਂ ਛੁਟਕਾਰਾ ਪਾ ਲਿਆ ਜਾਵੇ, ਦੁੱਖ ਦਾ ਕਾਰਨ ਲੱਭ ਲਿਆ, ਬਿਲਕੁਲ ਫਿਰ ਉੱਥੇ ਹੁਣ ਕਰਦੇ ਆ ਦੁੱਖਾਂ ਦਾ ਨਿਵਾਰਨ, ਦੁੱਖਾਂ ਨਿਰੋਧ ਅਰੀਆ ਸੱਚ, ਨੋਬਲ ਟਰੂਥ ਆਫ ਐਂਡ ਆਫ ਸਫਰਿੰਗ। ਜਦੋਂ ਸਾਨੂੰ ਦੁੱਖਾਂ ਦਾ ਕਾਰਨ ਦਾ ਪਤਾ ਲੱਗ ਜਾਂਦਾ, ਡਾਕਟਰ ਕੀ ਕਰਦਾ, ਕਾਰਨ ਲੱਭ ਕੇ ਤੇ ਫਿਰ ਪੈਨ ਚੱਕ ਕੇ ਤੁਹਾਨੂੰ ਦਵਾਈ ਲਿਖ ਦਿੰਦਾ। ਤੇ ਇਸੇ ਤਰ੍ਹਾਂ ਤਥਾਗਤ ਬੁੱਧ ਜਿਹੜੇ ਆ ਡਾਕਟਰ ਆ, ਜਦੋਂ ਸਾਡੇ ਦੁੱਖਾਂ ਦਾ ਕਾਰਨ ਪਤਾ ਲੱਗ ਜਾਂਦਾ ਤੇ ਦੁੱਖਾਂ ਨੂੰ ਖਤਮ ਕਰਕੇ ਉਸ ਦੀ ਜੜ੍ਹ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਪਵੇਗਾ। ਦੁੱਖ ਦੀ ਜੜ੍ਹ ਕਿਹੜੀ ਆ? ਤੰਨਾ, ਲਾਲਸਾ, ਕਰੇਵਿੰਗ। ਤਾਂ ਇੱਥੇ ਤਥਾਗਤ ਫਿਰ ਸਾਨੂੰ ਗਾਥਾ ਦੇ ਵਿੱਚ ਸਮਝਾਉਂਦੇ ਆ, ਤੰਨਾ ਖਯੰ ਸਭ ਦੁੱਖ ਜਿਨਤੀ, ਐਕਸਟਿੰਕਸ਼ਨ, ਥਰਸਟ, ਤੰਨਾ, ਕਰੇਵਿੰਗ ਇਜ਼ ਦਾ ਐਂਡ ਆਫ ਸਫਰਿੰਗ। ਜਦੋਂ ਤੁਸੀਂ ਆਪਣੀ ਤ੍ਰਿਸ਼ਨਾ ਨੂੰ ਖਤਮ ਕਰ ਦਿੰਦੇ ਆ ਤੇ ਤੁਹਾਡੀ ਲਾਲਸਾ ਨੂੰ ਖਤਮ ਕਰਦੇ ਆ, ਤਾਂ ਤੁਹਾਨੂੰ ਤੁਹਾਡੀ ਨਿਵਾਨ ਦੀ ਸਥਿਤੀ ਪੈਦਾ ਹੋ ਜਾਂਦੀ ਹੈ ਤੇ ਇਹ ਐਂਡ ਆਫ ਕਰੇਵਿੰਗ ਦਾ ਖਤਮ ਹੋ ਜਾਣਾ। ਸਟੇਟ ਆਫ ਨਿਵਾਨ ਇਜ਼ ਅ ਫਰੀ ਫਰਮ ਸਫਰਿੰਗ। ਦਿਸ ਸਟੇਟ ਇਜ਼ ਸੋ ਸਬਲਾਈਮ that no human language can express it. ਇਹ ਜਿਹੜਾ ਨਿਵਾਨ ਆ, ਮੈਂ ਦੱਸ ਨਹੀਂ ਸਕਦਾ, ਇਹਨੂੰ ਅਨੁਭਵ ਕਰਨਾ ਪੈਂਦਾ। This state is no subject to the law of birth, decay or death. ਜਦੋਂ ਫਿਰ ਇਹ ਸਟੇਟ ਆ ਜਾਂਦੀ ਆ, ਇਹ ਜਿਹੜਾ ਜਨਮ, ਬੁਢਾਪਾ, ਵਿਆਧੀ, ਮਰਨ, ਇਹ ਸਾਰੇ ਹੀ ਖਤਮ ਹੋ ਜਾਂਦੇ ਆ। ਤਥਾਗਤ ਬੁੱਧ ਦਾ ਜਿਹੜਾ ਧੰਮ ਸੰਗ ਹੈ, ਉਹ ਜਦੋਂ ਭਿਕਸ਼ੂ ਸੰਗ ਹੈ, ਬਹੁਤ ਸਾਰੇ ਭਿਕਸ਼ੂ ਜਦੋਂ ਅਰਹੰਤ ਹੁੰਦੇ, ਉਹ ਉਸ ਨੂੰ ਆਪਾਂ ਨਿਰਵਾਣ ਕਰਦੇ। ਇਹ ਫਿਰ ਉਹਦਾ ਅਨੁਭਵ ਫੀਲ ਕਰਦੇ ਆ। ਅਨੁਭਵ ਜਦੋਂ ਹੋ ਜਾਂਦਾ, ਜਿਸ ਤਰ੍ਹਾਂ ਕਹਿੰਦੇ ਕਿ ਜਦੋਂ ਗੋੜਿਆ, ਸਾਰੇ ਕਹਿੰਦੇ ਮਿੱਠਾ ਮਿੱਠਾ, ਜਦੋਂ ਆਪਾਂ ਛਕਣਾ ਹੈ ਉਹਨੂੰ ਨਾ, ਫਿਰ ਉਹਦਾ ਅਨੁਭਵ ਜਿਹੜਾ, ਤਾਂ ਹੀ ਤਥਾਗਤ ਬੁੱਧ ਜਦੋਂ ਆਪਾਂ ਦਮ ਵੰਦਨਾ ਕਰਦੇ ਹਾਂ, ਸਵਾ ਖਾਤੋ ਭਗਵਤਾ ਦਮੋ, ਤਥਾਗਤ ਭਗਵਾਨ ਬੁੱਧ ਦੁਆਰਾ ਟੈਸਟ ਕੀਤਾ ਗਿਆ, ਅਨੁਭਵ ਕੀਤਾ ਗਿਆ ਧੰਮ ਆ। ਬਿਲਕੁਲ। ਤੇ ਇਹ ਹੈਗਾ। ਫਿਰ ਆਉਂਦਾ ਦੁੱਖ ਨਿਰੋਧ ਗਾਮਨੀ ਪਟੀਪਦਾ ਅਰੀਆ ਸੱਚ, the path leading to the cease the dukkha suffering, the noble eightfold path. ਬਿਲਕੁਲ। ਉਹ ਜਿਹੜਾ 8 ਮੱਧਮ ਮਾਰਗ ਜਿਹਨੂੰ ਆਪਾਂ ਕਹਿੰਦੇ ਆ। ਬਿਲਕੁਲ। The Buddha advised his followers to follow his middle path, so as to avoid the extreme of sensual pleasures or the self mortification. ਦੋ ਅਤੀਆਂ ਤਥਾਗਤ ਭਗਵਾਨ ਬੁੱਧ ਕਹਿੰਦੇ ਆ, ਉਹਨਾਂ ਤੋਂ ਬਚੋ, ਨਾ ਕਿ ਆਪਣੇ ਆਪ ਨੂੰ ਵਿਕਾਰਾਂ ਵਿਸ਼ਿਆਂ ਦੇ ਵਿੱਚ ਆਪਣੇ ਆਪ ਨੂੰ ਕਾਬੂ ਵਿੱਚ ਆਪਣੇ ਉਹਦੇ ਵਿੱਚ ਉਲਝਾ ਲਵੋ, ਤੇ ਨਾ ਵੀ ਕਦੇ ਪਹਾੜਾਂ ਦੇ ਵਿੱਚ ਨੰਗੇ ਕਹਿ ਕੇ, ਧੁੱਪਾਂ ਦੇ ਵਿੱਚ ਬਹਿ ਕੇ, ਜਾਂ ਨਾ ਖਾ ਕੇ, ਵਰਤ ਰੱਖ ਕੇ, ਇੰਨਾ ਵੀ ਸਖਤ ਨਾ ਕਰੋ। ਇੱਕ ਮੱਧਮ ਮਾਰਗ 'ਤੇ ਚੱਲ ਕੇ ਤਥਾਗਤ ਬੁੱਧ ਦਾ ਜਿਹੜਾ ਧੰਮ ਆ, ਉਹ ਤੁਹਾਡੇ ਸਾਰਿਆਂ ਦੁੱਖਾਂ ਦਾ ਜਿਹੜਾ ਨਿਵਾਰਨ ਕਰ ਦਿੰਦਾ ਹੈ। ਤੇ ਇਹ ਅਰੀਆ ਸੱਚ ਨੇ। The four noble truth, the noble truth is the Buddhism. ਦੇਖੋ ਕਿੰਨਾ ਇੱਕ ਆਸਾਨ ਤਰੀਕਾ, ਜਿਸ ਤਰ੍ਹਾਂ ਬਹੁਤ ਸਾਰੇ ਵਿਸ਼ਵ ਦੇ ਵਿੱਚ ਤਥਾਗਤ ਬੁੱਧ ਦੇ ਧੰਮ ਨੂੰ, ਜਿਸ ਤਰ੍ਹਾਂ ਅਸੀਂ ਦੁੱਖ ਦੀ ਗੱਲ ਕੀਤੀ, ਕਹਿੰਦੇ ਕਿ ਦੁੱਖ ਦੀ ਗੱਲ ਕਰਦਾ ਹੈ ਜੀ। ਤੇ ਹੋਰ ਸੰਸਾਰ ਭਰ ਦੇ ਜਿੰਨੇ ਵੀ ਧੰਮ ਹਨ, ਜਿੰਨੇ ਵੀ ਆਲੇ ਦੁਆਲੇ ਸਵਰਗਾਂ ਨਰਕਾਂ ਦੇ ਵਾਅਦੇ ਹੁੰਦੇ, ਉਹ ਸਾਰੇ ਉਹ ਦੁੱਖ, ਜਦੋਂ ਕੋਈ ਵੀ ਵਿਅਕਤੀ ਉਹਨਾਂ ਕੋਲ ਜਾਂਦਾ ਹੈ, ਦੁੱਖ ਕਹਿੰਦਾ ਕਿ ਮੈਂ ਕਿਸੇ ਪਾਸਿਓਂ ਦੁਖੀ ਹਾਂ, ਤਾਂ ਪਰ ਉਹ ਉਸ ਦੁੱਖ ਦਾ ਕਾਰਨ ਲੱਭਣ ਦੀ ਬਜਾਏ ਉਹ ਹੋਰ ਪਾਸੇ ਭੱਜਦਾ ਆ, ਹੋਰ ਪਾਸੇ ਭੱਜਦਾ ਹੈ। ਅਸਲੀ ਜਿਹੜੀ ਜਿੱਦਾਂ ਹੁਣ ਡਾਕਟਰ ਆ, ਡਾਕਟਰ ਤੁਹਾਨੂੰ ਸੱਚ ਦੱਸਦਾ, ਭਾਈ ਤੂੰ ਬਿਮਾਰ ਆ। ਬਿਲਕੁਲ। ਤੇ ਜੇ ਕੋਈ ਤੁਹਾਨੂੰ ਕਹੇ ਵੀ ਤੂੰ ਬਿਮਾਰ ਆ, ਅਗਰ ਮੈਂ ਉਹਦੀ ਨਹੀਂ ਸੁਣਦਾ ਤੇ ਮੈਂ ਦਵਾਈ ਕਿੱਥੋਂ ਲਵਾਂਗਾ?
ਬਿਲਕੁਲ ਜੇ ਮੈਂ ਉਹਨੂੰ ਦੁੱਖ ਨੂੰ ਆਪਣੇ ਆਪ ਨੂੰ ਸਮਝ ਲੈਣਾ ਕਿ ਮੈਂ ਦੁਖੀ ਹਾਂ, ਬਿਲਕੁਲ ਦੈਟ ਇਜ਼ ਦੀ ਐਕਚੁਅਲੀ ਉਹਦਾ ਨਿਵਾਰਨ ਆ, ਕਿ ਆਪਣੇ ਆਪ ਨੂੰ ਰਾਈਟ ਅੰਡਰਸਟੈਂਡਿੰਗ ਦੇ ਨਾਲ ਸਮਝ ਲੈਣਾ ਕਿ ਦੁੱਖ ਹੈ ਭਾਈ। ਬਿਲਕੁਲ ਤਥਾਗਤ ਬੁੱਧ ਨੂੰ ਕਹਿ ਦੇਣਾ ਕਿ ਦੁੱਖ ਦੀ ਗੱਲ ਕਰਦਾ, ਉਹ ਸੱਚ ਬੋਲ ਰਹੇ ਨੇ। ਉਹ ਬਿਲਕੁਲ ਕਹਿੰਦੇ ਭਾਈ ਤੂੰ ਦੁਖੀ ਆ, ਇਹ ਦੁੱਖ ਦਾ ਤੇਰੀ ਕਾਰਨ ਹੈ। ਤ੍ਰਿਸ਼ਨਾਵਾਂ, ਮੋਹ, ਲੋਭ, ਹੰਕਾਰ ਨੇ ਤੈਨੂੰ ਬਸ ਕਰ ਲਿਆ ਆ, ਤੇਰੀਆਂ ਮਾਨਸਿਕ ਨੂੰ। ਤੂੰ ਮਨ ਦੇ ਉੱਤੋਂ ਤੂੰ ਬਿਮਾਰ ਆ, ਇਹਦੀ ਦਵਾਈ ਜਿਹੜੀ ਆ ਇਹਨਾਂ ਨੂੰ ਖਤਮ ਕਰ ਲੈ ਤੂੰ ਇਸ ਅਸ਼ਟਾਂਗਿਕ ਮਾਰਗ ਦੇ ਉੱਤੇ ਚੱਲ ਕੇ। ਇਹ ਬਿਲਕੁਲ। ਦਵਾਈ ਆ। ਤੇ ਕਿੰਨਾ ਇੱਕ ਸੁੱਖ ਭਰਿਆ ਇੱਕ ਸਾਡਾ ਜੀਵਨ ਹੋ ਜਾਂਦਾ ਜਦੋਂ ਵਿਅਕਤੀ ਨੂੰ, ਬਿਮਾਰ ਵਿਅਕਤੀ ਨੂੰ ਪਤਾ ਲੱਗ ਜਾਂਦਾ ਕਿ ਮੈਂ ਬਿਮਾਰ ਹਾਂ, ਤਾਂ ਉਸ ਦੇ ਕਾਰਨਾਂ ਦਾ ਪਤਾ ਲੱਗ ਜਾਂਦਾ, ਤਾਂ ਉਸ ਦਾ ਨਿਵਾਰਨ ਪਤਾ ਲੱਗ ਜਾਂਦਾ। ਇੱਥੇ ਆਪਾਂ ਗੱਲ ਕਰਦੇ ਜਾਈਏ, ਮੈਂ ਇੱਥੇ ਦਰਸ਼ਕਾਂ ਦੇ ਨਾਲ ਸਾਂਝੀ ਕਰੂੰਗਾ। ਜਦੋਂ ਆਪਾਂ ਡਾਕਟਰ ਦੇ ਜਾਂਦੇ ਆ, ਤੇ ਜਦੋਂ ਉੱਥੇ ਜਾਂਦੇ ਆ, ਜੇ ਆਪਾਂ ਆਪਣੇ ਦੁੱਖ ਨੂੰ ਸਮਝਾਂਗੇ ਨਹੀਂ, ਦੱਸਾਂਗੇ ਨਹੀਂ ਜਾਂ ਬੋਲਾਂਗੇ ਨਹੀਂ, ਤੇ ਲੇਕਿਨ ਤੁਹਾਨੂੰ ਕਮਿਊਨੀਕੇਸ਼ਨ ਕਰਦੇ ਆ, ਤੇ ਡਾਕਟਰ ਤੁਹਾਨੂੰ ਪੁੱਛਦਾ ਆ, ਹਾਂ ਵੇ ਵੇਖਾ ਜੀ ਕੀ ਗੱਲ ਹੈ, ਦੇਵ ਸੁਮਨ ਜੀ ਕੀ ਗੱਲ ਹੈ। ਫਿਰ ਅਸੀਂ ਆਪਣਾ ਦੁੱਖ ਦੱਸਦੇ ਹਾਂ ਵੀ ਡਾਕਟਰ ਜੀ ਮੈਨੂੰ ਨੀਂਦ ਨਹੀਂ ਆਈ, ਰਾਤੀ ਮੇਰਾ ਅੱਖਾਂ ਪਟਲੀਆਂ ਆ ਗਈਆਂ। ਉਹ ਸਾਰਾ ਤੁਹਾਡੀ ਸੁਣਦਾ ਗੱਲ ਨੂੰ, ਫਿਰ ਤੁਹਾਨੂੰ ਕਾਊਂਟਰ ਕੁਐਸਚਨ ਕਰਦਾ ਕਿ ਰਾਤੀ ਕੀ ਖਾਧਾ ਸੀ, ਕਿੰਨੇ ਸੁੱਤੇ ਸੀ, ਵਾਸ਼ਰੂਮ ਕਿੰਨੇ। ਜਦੋਂ ਫਿਰ ਉਹਨੂੰ ਕਾਰਨ ਦਾ ਪਤਾ ਲੱਗ ਜਾਂਦਾ, ਤੁਸੀਂ ਉਹਦਾ ਜਵਾਬ ਦਿੰਦੇ ਆ, ਫਿਰ ਉਹ ਪੈਨ ਚੱਕ ਕੇ ਦਵਾਈ ਲਿਖਦਾ। ਇਸ ਕਰਕੇ ਦੁੱਖ ਦਾ ਕਾਰਨ ਲੱਭਣਾ ਪਵੇਗਾ, ਤੇ ਤਥਾਗਤ ਬੁੱਧ ਨੇ ਦੁੱਖ ਦਾ ਕਾਰਨ ਲੱਭ ਲਿਆ ਆ। ਤੰਨਾ, ਤ੍ਰਿਸ਼ਨਾਵਾਂ, ਲਾਲਸਾ, ਲੋਭ, ਮੋਹ, ਹੰਕਾਰ, ਰਾਗ, ਦਵੇਸ਼, ਇਹ ਜਿਹੜਾ ਆ ਇਹ ਜਿਹੜਾ ਇਹਦਾ ਕਾਰਨ ਆ, ਤੇ ਇਹਨੂੰ ਖਤਮ ਕਰਨ ਲਈ ਉਹਨਾਂ ਨੇ ਸਾਨੂੰ ਦਵਾਈ ਦਿੱਤੀ ਆ ਮੱਧਮ ਮਾਰਗ ਦੀ। ਅਗਰ ਤਥਾਗਤ ਭਗਵਾਨ ਬੁੱਧ ਦੇ ਧੰਮ ਨੂੰ ਤੁਸੀਂ ਦੇਖੋ, ਸਾਰਾ ਹੀ ਧੰਮ ਜਿਹੜਾ ਆ ਗਾਗਰ ਦੇ ਵਿੱਚ ਸਾਗਰ ਭਰਿਆ ਆ, ਕਿ ਉਹ ਹਮੇਸ਼ਾ ਹੀ 4 ਅਰੀਆ ਸੱਤ ਤੇ ਅਸ਼ਟੰਗਿਕ ਮਾਰਗ ਦੇ ਉੱਤੇ ਇਹ ਸੈਂਟਰਾਈਜ਼ ਆ, ਉੱਤੇ ਸੈਂਟਰ ਕਰਦਾ। ਬਹੁਤ ਹੀ ਵਧੀਆ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਤਥਾਗਤ ਬੁੱਧ ਜੋ ਧੰਮ ਨੂੰ ਉਹਨਾਂ ਨੇ ਕਿਹਾ ਕਿ ਨਿਰਵਾਣ ਦਾ ਵਿਵਹਾਰ ਜਿਹੜਾ, ਜਦੋਂ ਤੁਹਾਨੂੰ ਨਿਰਵਾਣ ਦਾ ਸੁੱਖ ਜਦੋਂ ਪ੍ਰਾਪਤ ਹੋ ਗਿਆ, ਜਦੋਂ ਉਸ ਦਾ ਅਨੁਭਵ ਹੋ ਗਿਆ, ਤਾਂ ਸਾਰੇ ਤੁਸੀਂ ਨਰਕਾਂ ਸਵਰਗਾਂ ਤੋਂ ਸਾਰਿਆਂ ਤੋਂ ਫ੍ਰੀ ਹੋ ਜਾਣਾ ਹੈ। ਤੇ ਤਥਾਗਤ ਬੁੱਧ ਦਾ ਧੰਮ ਦੇਖੋ ਕਿੰਨਾ ਸੁਚੱਜਾ ਧੰਮ ਹੈ, ਜੋ ਕਿ ਤੁਹਾਨੂੰ ਕਿਸੇ ਹੋਰ ਭੁਲੇਖਿਆਂ ਦੇ ਵਿੱਚ ਕੁਦਰਤੀ ਆਫਤਾਂ, ਕੁਦਰਤੀ ਸਵਰਗਾਂ, ਨਰਕਾਂ, ਦੇਵੀ ਦੇਵਤੇ, 84 ਕਰੋੜ ਦੇਵੀ ਦੇਵਤਿਆਂ, ਕਿਸੇ ਦਾ ਭੁਲੇਖਾ ਨਹੀਂ ਪਾਉਂਦਾ। ਤੁਹਾਨੂੰ ਆਪਣੇ ਆਪ ਤੇ ਦੇਖਣ ਨੂੰ ਕਹਿੰਦਾ ਕਿ ਤੁਸੀਂ ਕੀ ਕੀਤਾ ਹੈ, ਕੀ ਕਰਨਾ ਹੈ। ਤਥਾਗਤ ਬੁੱਧ ਕਹਿੰਦੇ ਆ ਕਿ ਨੇਚਰ ਨੂੰ ਸਮਝ ਲੈਣਾ, ਬਿਲਕੁਲ ਜਿੱਦਾਂ ਦੀ ਨੇਚਰ ਹੈ ਉਹਨੂੰ ਚੀਜ਼ ਨੂੰ ਉਸੇ ਤਰ੍ਹਾਂ ਦੇਖਣਾ। ਸੰਮਦਿਥੀ, the way they are, understand the nature is the Dhamma। ਇਹ ਬੁੱਧ ਧਰਮ ਆ, ਉਹਨੂੰ ਐਕਸੈਪਟ ਕਰ ਲੈਣਾ। ਨੇਚਰ ਜਿਹੜੀ ਆ ਉਹਨੂੰ ਐਕਸੈਪਟ ਕਰਨਾ, ਕਿਉਂਕਿ ਉਹੀ ਹੁੰਦਾ ਕਿ ਜਦੋਂ ਅਸੀਂ ਉਹਨੂੰ ਰਿਜੈਕਟ ਕਰਦੇ ਹਾਂ ਤੇ ਦੁੱਖ ਹੁੰਦਾ ਹੈ। ਬਿਲਕੁਲ ਜੇ ਅਸੀਂ ਸੁੱਖ ਨੂੰ ਐਕਸੈਪਟ ਕਰਦੇ ਹਾਂ ਤੇ ਦੁੱਖ ਨੂੰ ਵੀ ਐਕਸੈਪਟ ਕਰਨਾ ਪੈਣਾ। ਤਾਂ ਇਹ ਜਦੋਂ ਤੁਸੀਂ ਤੁਹਾਡੇ ਕੋਲ ਆ ਜਾਂਦੀ, ਇਹਨੂੰ ਆਪਾਂ ਕਹਿੰਦੇ ਆ ਉਪੇਖਾ। ਜਿਹੜੇ ਸਾਡੇ 8 ਅਲੌਕਿਕ ਦਮ ਹੈ, ਜਿੱਦਾਂ ਕਿ ਆਪਾਂ ਮਹਾਮੰਗਲ ਸੂਤਰ ਦੇ ਵਿੱਚ ਇੱਕ ਗਾਥਾ ਆਉਂਦੀ ਆ, ਫੁੱਟ ਸਲੋਕ ਦਮੇ ਹੀ ਚਿੰਤਨ ਜਸ ਨਾ ਕੰਪਤੀ, ਅਸ਼ੋਕੰ ਵਿਰਿਜੰ ਖੇਮੰ ਏਤੰ ਮੰਗਲ ਮੁੱਤ ਮੰਗਲ। ਕਿ ਵੀ ਇਹ ਜਿਹੜੇ ਅਲੌਕਿਕ 8 ਧਾਮ ਆ, ਇਹਨਾਂ ਦੇ ਨਾਲ ਆਪਣੇ ਮਨ ਨੂੰ ਵਿਚਲਿਤ ਨਾ ਹੋਣ ਦੇ ਭਾਈ, ਸ਼ੋਕ ਨਾ ਕਰ, ਵੀਰਿਆ ਰੱਖ, ਨਿਰਮਲ ਤੇ ਨਿਡਰ ਹੋ ਕੇ ਰਹਿ। ਇਹ ਬਹੁਤ ਹੀ ਉੱਤਮ ਮੰਗਲ ਕਾਰਿਆ ਹੈ, ਇਹਨਾਂ ਤੈਨੂੰ ਸੁੱਖ ਮਹਿਸੂਸ ਹੋਊਗਾ। ਇਹ ਜਿਹੜੇ 8 ਲੌਕਿਕ ਧੰਮ ਕੀ ਆ, 4 ਸੁੱਖ ਦੇਣ ਵਾਲੇ ਆ, 4 ਦੁੱਖ ਦੇਣ ਵਾਲੇ ਆ। ਲੇਕਿਨ ਤੁਹਾਨੂੰ ਕਹਿੰਦੇ ਆਪਣੇ ਮਨ ਨੂੰ ਬੈਲੈਂਸ ਦੇ ਵਿੱਚ ਰੱਖ, ਇਕਨੋਮਿਟੀ ਆਫ ਮਾਈਂਡ। ਸੁੱਖ ਦੁੱਖ, ਲਾਭ ਹਾਨੀ, ਪ੍ਰਸ਼ੰਸਾ ਨਿੰਦਾ, ਜਸ਼ ਅਪਜਸ਼। ਬਿਲਕੁਲ ਮਤਲਬ ਇੱਕ ਦੁੱਖ ਦੇਣ ਵਾਲਾ, ਇੱਕ ਸੁੱਖ ਦੇਣ ਵਾਲਾ। ਇਹਨਾਂ ਦੇ ਵਿੱਚ ਆਪਣੇ ਮਨ ਨੂੰ ਦਾ ਬੈਲੈਂਸ ਬਣਾਈ ਰੱਖਣਾ ਹੀ ਬੁੱਧ ਧਰਮ ਹੈ, ਉਹੀ ਸੁੱਖ ਹੈ। ਬਿਲਕੁਲ ਜਿਸ ਤਰ੍ਹਾਂ ਬਹੁਤ ਹੀ ਅੱਛੇ ਤਰ੍ਹਾਂ ਤੁਸੀਂ ਸੁਮਨ ਸਾਹਿਬ ਦੱਸਿਆ ਹੈ ਕਿ ਕਿਸ ਤਰ੍ਹਾਂ ਆਪਣੇ ਮਨ ਜਿਹੜਾ ਹੈ, ਮਨ ਹੀ ਹਰ ਚੀਜ਼ ਦਾ ਜੋ ਇੱਕ ਕਰਤਾ ਧਰਤਾ ਹੈ। ਮਨ ਤੇ ਕਾਬੂ ਪਾਉਣਾ ਤੇ ਮਨ ਦੀਆਂ ਉਲਝਣਾਂ ਨੂੰ ਕੱਢਣਾ, ਤੇ ਅਸੀਂ ਸਹੀ ਧੰਮ ਤੇ ਆ ਸਕਦੇ ਹਾਂ। ਤੇ ਸਾਡੇ ਨਾਲ ਸਾਡੇ ਸਾਥੀ ਹਰਦਿਆਲ ਭਾਟੀਆ ਜੀ ਬਰਮਿੰਘਮ ਤੋਂ ਜੁੜੇ ਹਨ, ਪ੍ਰੋਗਰਾਮ ਦੀ ਸ਼ਲਾਘਾ ਕਰ ਰਹੇ ਹਨ, ਤੇ ਭੈਣ ਜੀ ਸਤਿਆ ਚੱਲੀ ਜੀ ਨੂੰ ਸ਼ਰਧਾਂਜਲੀਆਂ ਵੀ ਦੇ ਰਹੇ ਹਨ। ਉਸ ਦੇ ਨਾਲ ਇੱਕ ਸੂਚਨਾ ਆਪ ਨਾਲ ਸਾਂਝੀ ਕਰਾਂਗੇ ਕਿ 18 ਮਾਰਚ ਨੂੰ ਸ਼ੁੱਕਰਵਾਰ ਵਾਲੇ ਦਿਨ, ਫਰਾਈਡੇ ਵਾਲੇ ਦਿਨ, ਜਿਸ ਤਰ੍ਹਾਂ ਫੁੱਲ ਮੂਨ ਵੀ ਹੈ,
ਤੇ ਆਪ ਸਭ ਨੂੰ 7 ਵਜੇ ਤੋਂ 9 ਵਜੇ ਤੱਕ ਜੋ ਕਿ ਧੰਮਾ ਕਲਾਸ ਹੋਵੇਗੀ ਬੁੱਧ ਵਿਹਾਰ ਦੇ ਵਿੱਚ, ਆਪ ਸਭ ਨੇ ਜ਼ਰੂਰ ਉਸ ਦੇ ਵਿੱਚ ਵੀ ਸ਼ਾਮਲ ਹੋਣਾ ਹੈ ਤੇ ਜੋ ਕਿ ਪੁੰਨਿਆ ਦਾ ਦਿਨ ਬਹੁਤ ਹੀ ਪੰਤੇ ਅੱਛੀ ਜੀ ਤਰ੍ਹਾਂ ਸਪੈਸ਼ਲ ਚਾਂਟਿੰਗ ਉਸ ਦਿਨ ਕੀਤਾ ਕਰਨਗੇ ਜਾਂਦਾ ਹੈ। ਤੇ ਪੰਤੇ ਜੀ ਉਹਨਾਂ ਕੋਲੋਂ ਉਹਨਾਂ ਦੇ ਧੰਮ ਪ੍ਰਵਚਨ ਸੁਣੋ, ਆਪਣੇ ਜੀਵਨ ਨੂੰ ਸੁਖੀ ਬਣਾਵੋ। ਉਹ ਬਹੁਤ ਹੀ ਸੋਹਣੇ ਪੰਤੇ ਜੀ ਸਾਡੇ ਇੱਥੇ ਆਏ ਜਿਹੜੇ ਆ, ਬਹੁਤ ਅੱਛੇ ਪ੍ਰਵਚਨ ਦਿੰਦੇ ਨੇ ਅੰਗਰੇਜ਼ੀ ਦੇ ਵਿੱਚ, ਬੱਚਿਆਂ ਦੇ ਵਾਸਤੇ ਬਹੁਤ ਫਾਇਦੇਮੰਦ ਹੈ। ਉਹ ਅੰਗਰੇਜ਼ੀ ਬੋਲਦੇ ਨੇ ਤਾਂ ਉਹਦੇ ਨਾਲ ਪੰਜਾਬੀ ਦੇ ਵਿੱਚ ਵੀ ਸਾਡਾ ਕੋਈ ਨਾ ਕੋਈ ਜਿਹੜੇ ਧੰਮ ਪਾਠਕ ਆ ਉਹਦਾ ਤਰਜਮਾ ਵੀ ਕਰਦੇ ਹਨ। ਤੇ ਉਦੋਂ ਨੂੰ ਜ਼ਰੂਰ ਹੈ, ਬਹੁਤ ਇੰਪੋਰਟੈਂਟ ਹੈ ਜਿਹੜਾ ਫੁੱਲ ਮੂਨ ਰਿਹਾ। ਉਦੋਂ ਨੂੰ ਬੇਨਤੀ ਹੈ ਸਾਰਿਆਂ ਨੂੰ ਕਿ ਪਲੀਜ਼ ਬੁੱਧ ਵਿਹਾਰ ਆਵੋ ਤੇ ਜਿਹੜੇ ਧੰਮ ਪ੍ਰਵਚਨ ਸੁਣ ਕੇ ਆਪਣੇ ਜੀਵਨ ਨੂੰ ਸੁਖੀ ਬਣਾਵੋ। ਬਹੁਤ ਹੀ ਅੱਛੀ ਤਰ੍ਹਾਂ, ਜਿਸ ਤਰ੍ਹਾਂ ਸੁਮਨ ਸਾਹਿਬ ਅਸੀਂ ਜਿਸ ਤਰ੍ਹਾਂ ਅੱਜ ਤਥਾਗਤ ਬੁੱਧ ਦੇ ਧੰਮ ਦੀ ਗੱਲ ਕੀਤੀ ਹੈ, ਆਰਿਆ ਸਤ ਦੀ ਗੱਲ ਕੀਤੀ ਹੈ, ਦੁੱਖ ਦੇ ਕਾਰਨ ਦੀ, ਦੁੱਖ ਦੇ ਨਿਵਾਰਨ ਦੀ ਗੱਲ ਕੀਤੀ ਹੈ, ਤੇ ਜਿਸ ਤਰ੍ਹਾਂ ਤੁਸੀਂ ਸ਼ੁਰੂ ਵਿੱਚ ਕਿਹਾ ਕਿ ਜੋ ਤਥਾਗਤ ਬੁੱਧ ਦੇ ਅਨੁਯਾਈ ਹਨ, ਉਪਾਸਕ ਉਪਾਸਕਾਵਾਂ ਹਨ, ਹਮੇਸ਼ਾ ਉਹ ਮਾਨਵ ਜਿੰਨਾ ਵੀ ਧਰਤੀ ਦੇ ਉੱਪਰ ਕੋਈ ਵੀ ਜੀਵ ਜੰਤ ਹੈ, ਹਰ ਦੀ ਸੁੱਖ ਕਾਮਨਾ ਅਸੀਂ ਕਰਦੇ ਹਾਂ। ਤੇ ਅੱਜ ਤੁਸੀਂ ਇਸ ਸਟੂਡੀਓ ਵਿੱਚ ਸਾਡੇ ਕੋਲ ਲਗਭਗ 1.5 ਮਿੰਟ ਹੈ ਤੇ ਤੁਹਾਨੂੰ ਅਸੀਂ ਜ਼ਰੂਰ ਬੇਨਤੀ ਕਰਾਂਗੇ ਕਿ ਅੱਜ ਕਰ ਅਸੀਂ ਸਭ ਦੀ ਜਿਹੜੀ ਸੁੱਖ ਭਾਵਨਾ ਦੇ ਲਈ ਅਸੀਂ ਕੁਝ ਜਿਹੜੀ ਹੈ ਕਰੀਏ। ਤੇ ਉਹਦੇ ਵਿੱਚ ਆਪਾਂ ਸਾਰਿਆਂ ਵਾਸਤੇ, ਜਿੰਨੇ ਵੀ ਲਿਵਿੰਗ ਬੀਇੰਗ ਔਨ ਦਿਸ ਪਲੈਨਟ ਹੈ, ਉਹਨਾਂ ਵਾਸਤੇ ਜਿਹੜੀ ਸਾਡੇ ਪੰਤੇ ਜੀ ਆਪਣੇ ਉਪਦੇਸ਼ਾਂ ਤੋਂ ਬਾਅਦ ਸਾਰਿਆਂ ਵਾਸਤੇ ਮੰਗਲ ਕਾਮਨਾ ਕਰਦੇ ਹਨ, ਉਹ ਆਪਾਂ ਕਰਾਂਗੇ। ਤਾਂ ਪਲੀਜ਼ ਜੁਆਇਨ ਮੀ। ਬਿਲਕੁਲ। ਭਵਤੁ ਸਭ ਮੰਗਲੰ ਰਖੰਤੁ ਸਭ ਦੇਵਤਾ ਸਭ ਬੁੱਧਾਨੁਭਾਵੇਨ ਸਦਾ ਸੋਤੀ ਭਵੰਤੁ ਤੇ। ਭਵਤੁ ਸਭ ਮੰਗਲੰ ਰਖੰਤੁ ਸਭ ਦੇਵਤਾ ਸਭ ਧੰਮਾਨੁਭਾਵੇਨ ਸਦਾ ਸੋਤੀ ਭਵੰਤੁ ਤੇ। ਭਵਤੁ ਸਭ ਮੰਗਲੰ ਰਖੰਤੁ ਸਭ ਦੇਵਤਾ ਸਭ ਸੰਗਾਨੁਭਾਵੇਨ ਸਦਾ ਸੋਤੀ ਭਵੰਤੁ ਤੇ। ਸਾਧੂ ਸਾਧੂ ਸਾਧੂ। ਸਭ ਦਾ ਮੰਗਲ ਹੋਵੇ, ਸਭ ਦਾ ਕਲਿਆਣ ਹੋਵੇ, ਸਭ ਦਾ ਭਲਾ ਹੋਵੇ। ਸਭ ਸੰਸਾਰ ਦੇ ਜੀਵ ਜੰਤੂ, ਪਸ਼ੂ ਪਕਸ਼ੀ, ਸਭ ਲੋਕ ਸੁਖੀ ਤੇ ਨਿਰੋਗੀ ਰਹਿਣ। ਇਸੇ ਤਰ੍ਹਾਂ ਤਥਾਗਤ ਭਗਵਾਨ ਦੇ ਬੁੱਧ ਦੇ ਧੰਮ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਦੇ ਵਿੱਚ ਧਾਰ ਕੇ ਤੇ ਆਪ ਵੀ ਸੁਖੀ ਰਹੋ ਤੇ ਸਾਰੇ ਸੰਸਾਰ ਨੂੰ ਸੁਖੀ ਰਹਿਣ ਦੀ ਕਾਮਨਾ। ਤੇ ਇਸੇ ਤਰ੍ਹਾਂ ਅਗਲੀ ਵਾਰ ਮਿਲਣ ਦਾ ਵਾਅਦਾ ਕਰਦੇ ਹੋਏ ਆਪ ਨੂੰ ਅਗਲੇ ਹਫਤੇ ਇਸੇ ਤਰ੍ਹਾਂ ਫਿਰ ਇੱਕ ਵਾਰ ਮਿਲਾਂਗੇ। ਤਦੋਂ ਤੱਕ ਲਈ ਨਮੋ ਬੁੱਧਾ, ਜੈ ਭੀਮ, ਜੈ ਭਾਰਤ।